हाँ जी 22 स्टूडेंट्स 11:07 ਹੋਏ ਨੇਗੇ ਤੇ 11:10 ਦੇ ਉੱਪਰ ਆਪਾਂ ਕਲਾਸ ਸ਼ੁਰੂ ਕਰਾਂਗੇ ਆਪਾਂ। हाँ जी 23 स्टूडेंट्स हो गए ने जी। जिन्ने भी स्टूडेंट्स हो गए देखो राजे अपना अद्धा पौना घंटा अपना स्पेयर रखिए क्योंकि अज मैं तुहाडे नाल डिस्कस करूँगा मैं कि तुसी इंग्लिश किवें सीख सकदे हो। मतलब इंग्लिश तो चलो तुहानूं आउंदी हैगी बट अज मैं बिल्कुल बेस तो स्टार्ट करूँगा मैं। बेस तो मतलब की है तुसीं ये मन के चलो भी अज आपां इह सीखांगे भी जे तुहानूं जां किसी नूं भी इंग्लिश नहीं आउंदी गी तां तुसीं इह लिंक उन्हां नूं सेंड कर दिओ इह क्योंकि मैं बिल्कुल बेस तो दसूँ तुहानूं मैं बेस तो लैके अद्धे घंटे दे विच ही बेस तो लैके आपां एडवांस तक पहुँच जांगे। कुछ क चीज़ां नेगीआं ओह तुहानूं मैं दसूँगा मैं। कुछ कुछ चीज़ां ने ਜਿਹੜੀਆਂ ਤੁਹਾਨੂੰ ਮੈਂ ਦੱਸੂਗਾ ਤੇ ਤੁਸੀਂ ਇਹਨੂੰ ਹੀ ਪਹਿਲਾ ਲੈਸਨ ਨੂੰ ਹੀ ਇੰਨਾ ਵਧੀਆ ਤੁਸੀਂ ਲੱਗੂਗਾ ਤੁਹਾਨੂੰ ਕਿ ਆਪਾਂ ਅਗਲੀ ਕਲਾਸ ਈਜ਼ੀਲੀ ਲਗਾ ਸਕਦੇ ਹਾਂ। ਠੀਕ ਹੈ ਨਾ ਜੀ। ਐਕਚੁਅਲ ਦੇ ਵਿੱਚ ਨਾ ਕਿਸੇ ਸ਼ਾਇਦ ਨੈਟਵਰਕ ਦੀ ਪ੍ਰੋਬਲਮ ਹੈ ਕਿਸੇ ਵਜ੍ਹਾ ਕਰਕੇ ਮੈਨੂੰ ਤੁਹਾਡੇ ਕਮੈਂਟ ਨਹੀਂ ਸ਼ੋ ਹੋ ਰਹੇਗੇ। ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਪਤਾ ਲੱਗ ਜਾਏਗਾ। ਹਾਂਜੀ ਫਿਰ ਆਪਾਂ ਜੀ ਕਰੀਏ ਸ਼ੁਰੂ ਜੀ। ਠੀਕ ਹੈ ਜੀ 21 ਸਟੂਡੈਂਟਸ ਨੇਗੇ ਪਤਾ ਨਹੀਂ ਕਿਉਂ ਘਟ ਰਹੇ ਨੇ ਪਤਾ ਨਹੀਂ ਕਿਵੇਂ ਵੱਧ ਰਹੇ ਨੇ ਉਹ हाँ जी चलो ठीक है जी 11:09 हो चुके ने कि आप हुण शुरू करते हैं अज की क्लास। उम्मीद है कि ਜਿਹੜੇ स्टूडेंट्स अजे नहीं पहुँचेगे वो जल्दी पहुँच जाएंगे अपने नाल वो ते नाल जुड़ जाएंगे 20 स्टूडेंट्स ने वैसे मैं उम्मीद ज़्यादा ही की थी कि सिर्फ अजे 20 ही ने तो मैं चाहना कि तुसीं आपदे फ्रेंड्स नूं आपदे स्टूडेंट्स नूं भी नाल मैसेज लगा दो कि जी तुसीं भी कनैक्ट हो जाओ सर कराउण लगे ने। हाँ जी बिल्कुल जी। हाँ जी 20 ਤੋਂ ਵਧੇ ਨਹੀਂ ਗੇ ਮੈਂ ਹੈਰਾਨ ਹਾਂ ਇਸ ਗੱਲ ਦੇ ਉੱਪਰ ਪਹਿਲੀ ਕਲਾਸ ਆਪਣੀ ਤੇ ਅਜੇ ਆਪਣੇ ਸਟੂਡੈਂਟਸ ਥੋੜ੍ਹੇ ਹੀ ਹੋਏ ਨੇਗੇ ਮੈਨੂੰ ਉਮੀਦ ਸੀਗੀ 45 ਜਾਂ 50 ਦੀ। ਹਾਂਜੀ ਟਾਈਮ ਅੱਜ ਤੁਹਾਨੂੰ ਸ਼ਡਿਊਲ ਮੈਂ ਪੱਕਾ ਦੱਸ ਦੂੰਗਾ ਕਿਉਂਕਿ ਅੱਜ ਕਾਫੀ ਐਕਸਪੈਰੀਮੈਂਟ ਕੀਤੇ ਨੇ ਨਵੇਂ ਐਕਸਪੈਰੀਮੈਂਟ ਕੀਤੇ ਨੇਗੇ। ਹਾਂ ਕਦੀ ਕਦੀ ਵੀਡੀਓ ਕਲੀਅਰ ਨਹੀਂ ਆ ਰਹੀ ਉਹ ਰਾਜੇ ਕਈ ਵਾਰ ਥੋੜ੍ਹਾ ਮੋਟਾ ਹਿਲਜੁਲ ਹੋ ਜਾਂਦੀ ਹੈਗੀ ਤਾਂ ਕਰਕੇ ਹੋ ਜਾਂਦਾ ਹੈਗਾ ਉਹ। ਚਲੋ ਜੀ ਆਪਾਂ ਸ਼ੁਰੂ ਕਰੀਏ ਜੀ ਫਿਰ। ਹਾਂਜੀ ਪਹਿਲਾਂ ਗੁੱਡ ਮਾਰਨਿੰਗ ਸਭ ਨੂੰ ਤੇ ਕਿਸੇ ਵਜ੍ਹਾ ਕਰਕੇ ਨਾ ਮੈਨੂੰ ਤੁਹਾਡੀ ਜਿਹੜੀ ਚੈਟ ਹੈਗੀ ਉਹ ਨਹੀਂ ਸ਼ੋ ਹੋ ਰਹੀ ਗੀ। ਹਾਂ ਠੀਕ ਆ ਵਿੱਚ ਵੀ ਸ਼ੋ ਹੋ ਜਾਂਦੀ ਹਾਂਜੀ ਸ਼ਿਵਿੰਦਰ ਕੌਰ ਜਸਵਿੰਦਰ ਪਵਨ ਸਰਬਜੀਤ ਕਿਰਨ ਸਿੱਧੂ ਗੁਰਸੇਵਕ ਸਿੰਘ ਸਾਕਸ਼ੀ ਸਿਮੀ ਹਾਂਜੀ ਨਿਰਮਲ ਸਿੰਘ ਗੁਰਮੀਤ ਸੋ ਕਾਫੀ ਜ਼ਿਆਦਾ ਕਾਫੀ ਸਟੂਡੈਂਟਸ ਦੇ ਮੈਸੇਜ ਆ ਗਏ ਨੇਗੇ। ਮੈਸੇਜ ਜ਼ਿਆਦਾ ਦੇ ਆਏ ਨੇ ਪਰ ਜਿਹੜੇ ਕਨੈਕਟ ਨੇਗੇ ਉਹ ਘੱਟ ਨੇਗੇ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਹੈਗਾ। ਚਲੋ ਠੀਕ ਹੈ ਜੀ ਕਰਦੇ ਹਾਂ ਸ਼ੁਰੂ ਜੀ ਆਪਾਂ ਤਾਂ ਜੀ ਗੱਲ ਕਰ ਰਹੇ ਹਾਂ ਆਪਾਂ ਇੰਗਲਿਸ਼ ਦੀ। ਮੈਂ ਵੇਟ ਕਰ ਲਈ ਵੈਸੇ ਕਾਫੀ ਸਟੂਡੈਂਟਸ ਦੀ ਨਹੀਂ ਆਏਗੀ ਕੋਈ ਗੱਲ ਨਹੀਂ ਜਿਹੜੇ ਹੈਗੇ ਨੇਗੇ ਆਪਾਂ ਉਹਨਾਂ ਦੀ ਤਾਂ ਆਪਾਂ ਗੱਲ ਕਰੀਏ ਆਪਾਂ। ਹਾਂਜੀ ਪਿੱਛੇ ਤੁਹਾਨੂੰ ਆਵਾਜ਼ਾਂ ਕਈ ਤਰ੍ਹਾਂ ਦੀਆਂ ਆਉਣਗੀਆਂ ਤੁਸੀਂ ਉਹਨਾਂ ਨੂੰ ਇਗਨੋਰ ਕਰਨਾ ਗਾ ਤੁਸੀਂ ਸਿਰਫ ਮੇਰੀ ਆਵਾਜ਼ ਤੱਕ ਫੋਕਸ ਕਰਨਾ ਵੀ ਹਾਂ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈਗੀ ਜਾਂ ਨਹੀਂ ਸੁਣ ਰਹੀ ਜੀ। ਠੀਕ ਹੈ ਜੀ ਚਲੋ ਜੀ ਕਰੋ ਸਟਾਰਟ ਆਪਣੀ ਨੋਟਬੁੱਕ ਆਪਣੇ ਨਾਲ ਰੱਖੋ। ਦੇਖੋ ਜੀ ਇੱਕ ਇਨਸਾਨ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੁੰਦਾ ਹੈਗਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਇੱਕ ਇਨਸਾਨ ਦੇ ਲਈ ਜਿਉਣ ਦੇ ਲਈ ਕੀ ਹੁੰਦਾ ਸਭ ਤੋਂ ਜ਼ਿਆਦਾ ਜ਼ਰੂਰੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਦਿਲ। ਉਵੇਂ ਹੀ ਜੇ ਤੁਸੀਂ ਇੰਗਲਿਸ਼ ਸਿੱਖਣੀ ਚਾਹੁੰਦੇ ਹੋਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਊ ਤੁਹਾਨੂੰ ਸਭ ਤੋਂ ਪਹਿਲਾਂ verb ਦੀ ਫਾਰਮ ਸਿੱਖਣੀ ਪੈਣੀ ਹੈ verb ਮਤਲਬ ਕਿਰਿਆ। ਇਹ ਕਿਰਿਆ ਹੀ ਹੈਗੀ ਜਿਹਦੇ ਕਰਕੇ ਸਾਰਾ ਦਾ ਸਾਰਾ ਕੁਝ ਜੁੜਿਆ ਹੋਇਆ ਹੈ। ਹੁਣ ਆਪਾਂ ਕਿਰਿਆ ਤੋਂ ਸ਼ੁਰੂ ਕਰਦੇ ਹਾਂ ਕਿਰਿਆ ਮਤਲਬ ਐਕਸ਼ਨ। ਠੀਕ ਹੈ ਜੀ ਐਕਸ਼ਨ
ਸੋ ਐਕਸ਼ਨ ਸਾਨੂੰ ਪਤਾ ਐਕਸ਼ਨ ਕੀ ਹੁੰਦਾ ਐਕਸ਼ਨ ਦੋ ਤਰ੍ਹਾਂ ਦਾ ਹੁੰਦਾ ਹੈਗਾ ਜਿਹੜਾ ਕਿ ਤੁਸੀਂ ਪੜ੍ਹਿਆ ਹੋਇਆ ਹੈਗਾ ਅਸੀਂ ਹੈ ਉਹਦੇ ਵੱਲ ਨਹੀਂ ਜਾਵਾਂਗੇ ਵੀ ਐਕਸ਼ਨ ਕਿੰਨਾ ਹੁੰਦਾ ਪਰ ਮੈਂ ਐਕਸ਼ਨ ਤੋਂ ਇੱਕ ਚੀਜ਼ ਜ਼ਰੂਰ ਕਰਨੀ ਚਾਹੂੰਗਾ ਕਿ ਐਕਸ਼ਨ ਦੇ ਨਾਲ ਰਿਲੇਟਡ ਇੱਕ ਹੁੰਦਾ ਜੀ ਸਬਜੈਕਟ ਤੇ ਇੱਕ ਹੁੰਦਾ ਇਹਦੇ ਨਾਲ ਰਿਲੇਟਡ ਆਬਜੈਕਟ ਆਹੀ ਚੀਜ਼ ਹੁੰਦੀ ਹੈਗੀ ਇੱਕ ਹੁੰਦਾ ਸਬਜੈਕਟ ਇੱਕ ਹੁੰਦਾ ਆਬਜੈਕਟ ਹੁਣ ਸਬਜੈਕਟ ਕੀ ਹੁੰਦਾ ਹੈਗਾ ਧਿਆਨ ਨਾਲ ਸੁਣਿਓ ਕਿਰਿਆ ਜਿਹੜੀ ਹੈ ਜੋ ਕਿਰਿਆ ਕਰਦਾ ਹੈਗਾ ਉਹ ਹੁੰਦਾ ਸਬਜੈਕਟ ਤੇ ਜਿਸ ਲਈ ਕਿਰਿਆ ਹੁੰਦੀ ਹੈਗੀ ਉਹ ਹੁੰਦਾ ਆਬਜੈਕਟ ਜਿਵੇਂ ਦੇਖੋ ਮੈਂ ਰੋਹਿਤ ਨੂੰ ਬੁਲਾਇਆ ਠੀਕ ਹੈ ਮੈਂ ਰੋਹਿਤ ਨੂੰ ਬੁਲਾਇਆ ਇਹੀ ਹੈ ਜੀ ਮੈਂ ਰੋਹਿਤ ਨੂੰ ਬੁਲਾਇਆ ਹੁਣ ਇਹਦੇ ਵਿੱਚ ਕਿਰਿਆ ਦੇਖੋ ਮੈਂ ਤੁਹਾਨੂੰ ਦੱਸਦਾ ਪੰਜਾਬੀ ਦੇ ਜੋ ਅਸੀਂ ਟ੍ਰਾਂਸਲੇਸ਼ਨ ਕਰਨੀ ਹੈ ਟ੍ਰਾਂਸਲੇਸ਼ਨ 'ਚ ਬੱਚੇ ਬੜੇ ਉਲਝਦੇ ਨੇਗੇ ਲੋਕਡਾਊਨ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਨੇ ਮੇਰੇ ਕੋਲੇ ਪੁੱਛਿਆ ਸੀਗਾ ਕਿ ਸਰ ਟ੍ਰਾਂਸਲੇਸ਼ਨ ਦੇ ਸਾਨੂੰ ਬੜੀ ਦਿੱਕਤ ਆਉਂਦੀ ਹੈ ਕੀ ਕਰੀਏ ਅਸੀਂ ਤਾਂ ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸਦਾ ਟ੍ਰਾਂਸਲੇਸ਼ਨ ਕਰਨ ਦੇ ਲਈ ਜਿਹੜਾ ਪੰਜਾਬੀ ਹੁੰਦੀ ਹੈ ਪੰਜਾਬੀ ਦੇ ਵਿੱਚ ਜਿਹੜਾ ਸਬਜੈਕਟ ਤੇ ਆਬਜੈਕਟ ਹੁੰਦਾ ਸੈਂਟੈਂਸ ਦੇ ਅੱਗੇ ਹੁੰਦਾ ਹੈਗਾ ਪਰ ਜਿਹੜਾ ਵਰਬ ਦੀ ਫਾਰਮ ਹੁੰਦੀ ਹੈ ਉਹ ਲਾਸਟ ਵਿੱਚ ਹੁੰਦੀ ਹੈ ਸੈਂਟੈਂਸ ਦੇ ਲਾਸਟ ਵਿੱਚ ਠੀਕ ਹੈ ਲਾਸਟ ਵਿੱਚ ਹੁੰਦੀ ਹੈਗੀ ਤਾਂ ਹੁਣ ਦੇਖੋ ਤੁਸੀਂ ਬੁਲਾਇਆ ਹੁਣ ਬੁਲਾਉਣਾ ਜਿਹੜੇ ਹੈਗੇ ਕਿਰਿਆ ਬੁਲਾਉਣ ਨੂੰ ਇੰਗਲਿਸ਼ 'ਚ ਕੀ ਹੁੰਦੇ ਹੈਗੇ ਕਾਲ ਠੀਕ ਹੈ ਜੀ ਹੁਣ ਬੁਲਾਉਣਾ ਬੁਲਾ ਕੌਣ ਰਿਹਾ ਹੈਗਾ ਬੁਲਾ ਕੌਣ ਰਿਹਾ ਹੈਗਾ ਦੱਸੋ ਜੀ ਬੁਲਾ ਕੌਣ ਰਿਹਾ ਹੈਗਾ ਮੈਂ ਤੁਹਾਡੇ ਤੋਂ ਵੇਟ ਕਰ ਰਿਹਾ ਹੁਣ ਇਹਦੇ ਜਿਹੜਾ ਬੁਲਾਉਣ ਵਾਲਾ ਗਾ ਉਹ ਹੈਗਾਗਾ ਮੈਂ ਠੀਕ ਹੈ ਜੀ ਆਈ ਤੇ ਜਿਸ ਨੂੰ ਬੁਲਾਇਆ ਜਾ ਰਿਹਾ ਹੈਗਾ ਉਹ ਕੌਣ ਆ ਰੋਹਿਤ ਸੋ ਇੱਥੇ ਕਹਿਣ ਦਾ ਮਤਲਬ ਕਿ ਵੀ ਆਈ ਜਿਹੜਾ ਹੈਗਾਗਾ ਸਾਡਾ ਸਬਜੈਕਟ ਹੋ ਗਿਆ ਤੇ ਰੋਹਿਤ ਜਿਸ ਨੂੰ ਬੁਲਾਇਆ ਜਾ ਰਿਹਾ ਜਿਸ ਲਈ ਕਿਰਿਆ ਕੀਤੀ ਜਾ ਰਹੀ ਐਕਸ਼ਨ ਕੀਤਾ ਜਾ ਰਿਹਾ ਦੈਟ ਇਜ਼ ਐਨ ਆਬਜੈਕਟ ਹੁਣ ਦੇਖੋ ਇੰਗਲਿਸ਼ ਦੇ ਵਿੱਚ ਕੀ ਹੁੰਦਾ ਹੈਗਾ ਇੰਗਲਿਸ਼ ਦੇ ਵਿੱਚ ਪਹਿਲਾਂ ਸਬਜੈਕਟ ਹੁੰਦਾ ਹੈਗਾ ਹਨਾ ਜੀ ਪਹਿਲਾਂ ਸਬਜੈਕਟ ਹੁੰਦਾ ਹੈਗਾ ਫਿਰ ਵਰਬ ਦੀ ਫਾਰਮ ਹੁੰਦੀ ਹੈ ਫਿਰ ਆਬਜੈਕਟ ਹੁੰਦਾ ਹੈਗਾ ਸੋ ਇਹਦਾ ਇੰਗਲਿਸ਼ 'ਚ ਕੀ ਬਣੂਗਾ ਪਹਿਲਾਂ ਇੰਗਲਿਸ਼ ਦੇ ਵਿੱਚ ਮੈਂ ਸਬਜੈਕਟ ਆਈ ਕਾਲ ਰੋਹਿਤ ਆਈ ਕਾਲ ਰੋਹਿਤ ਸਮਝੋਗੇ ਮੇਰੀ ਗੱਲ ਮੈਂ ਦੁਬਾਰਾ ਫਿਰ ਤੁਹਾਡੇ ਨਾਲ ਡਿਸਕਸ ਕਰਦਾ ਕੀ ਹੈ ਦੇਖੋ ਵਰਬ ਨੂੰ ਜਾਣਨਾ ਪਹਿਚਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਕਿਉਂ ਕਿਉਂਕਿ ਜੇ ਅਸੀਂ ਵਰਬ ਨੂੰ ਨਹੀਂ ਕਰੋਗੇ ਤੁਸੀਂ ਵਰਬ ਨੂੰ ਨਹੀਂ ਸਮਝੋਗੇ ਤੁਸੀਂ ਸੈਂਟੈਂਸ ਵਿੱਚ ਟ੍ਰਾਂਸਲੇਸ਼ਨ ਕਰ ਹੀ ਨਹੀਂ ਸਕਦੇ ਜੇ ਕਰੋਗੇ ਤਾਂ ਗਲਤ ਹੋਊਗੀ ਤੁਹਾਡੀ ਸਮਝ ਗਏ ਮੇਰੀ ਗੱਲ ਜੇ ਤੁਸੀਂ ਸਬਜੈਕਟ ਤੇ ਆਬਜੈਕਟ ਨੂੰ ਨਹੀਂ ਸਮਝੋਗੇ ਵਰਬ ਦੀ ਫਾਰਮ ਨੂੰ ਨਹੀਂ ਸਮਝੋਗੇ ਤਾਂ ਤੁਸੀਂ ਗਲਤ ਹੋ ਜਾਓਗੇ ਸਮਝੋਗੇ ਸਾਨੂੰ ਪਤਾ ਹੀ ਲੱਗਣਾ ਹੈਗਾ ਵੀ ਮੈਂ ਕਰਨਾ ਕੀ ਹੈ ਟ੍ਰਾਂਸਲੇਸ਼ਨ ਗਲਤ ਹੋ ਜਾਊਗੀ ਤਾਂ ਹੁਣ ਦੁਬਾਰਾ ਫੇਰ ਸੁਣੋ ਮੇਰੀ ਗੱਲ ਧਿਆਨ ਨਾਲ ਵਰਬ ਦੀ ਜਿਹੜੀ ਫਾਰਮ ਹੁੰਦੀ ਹੈ ਵਰਬ ਉਹ ਕਿਰਿਆ ਹੁੰਦੀ ਹੈ ਤੇ ਕਿਰਿਆ ਜੋ ਕਰਦਾ ਧਿਆਨ ਨਾਲ ਸੁਣਿਓ ਕਿਰਿਆ ਜੋ ਕਰਦਾ ਉਹ ਹੁੰਦਾ ਸਬਜੈਕਟ ਤੇ ਕਿਰਿਆ ਜਿਸ ਲਈ ਹੁੰਦੀ ਹੈਗੀ ਜਿਸ ਮਕਸਦ ਲਈ ਹੁੰਦੀ ਹੈਗੀ ਉਹ ਹੁੰਦੀ ਹੈ ਆਬਜੈਕਟ ਤਾਂ ਮੈਂ ਹੁਣ ਤੁਹਾਨੂੰ ਇੱਕ ਸੈਂਟੈਂਸ ਲਿਖਦਾ ਤੇ ਮੈਂ ਸੈਂਟੈਂਸ ਤੁਹਾਡੇ ਤੋਂ ਪੁੱਛੂੰਗਾ ਤੇ ਦੱਸਿਓ ਵੀ ਇਹਦੇ ਵਿੱਚ ਵੀ ਸਬਜੈਕਟ ਤੇ ਆਬਜੈਕਟ ਕਿਹੜਾ ਹੈਗਾ ਠੀਕ ਹੈ ਜੀ ਤੇ ਕਮੈਂਟ ਦੇ ਵਿੱਚ ਦੱਸਦੇ ਰਹਿਣਾਗਾ ਵੀ ਹਾਂਜੀ ਵੀ ਇਹਦਾ ਆਨਸਰ ਇੱਥੇ ਇਹ ਇਹਦਾ ਮਤਲਬ ਇਹ ਹੈਗਾ ਦੇਖੋ ਹੁਣ ਕੀ ਹੈ ਜਿਵੇਂ ਕਮਰਾ ਸਾਫ਼ ਕੀਤਾ ਗਿਆ ਹਾਂਜੀ ਮੈਨੂੰ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਕਮਰਾ ਸਾਫ਼ ਕੀਤਾ ਗਿਆ ਦੇ ਵਿੱਚ ਸਬਜੈਕਟ ਕਿਹੜਾ ਹੈਗਾ ਤੇ ਆਬਜੈਕਟ ਕਿਹੜਾ ਹੈਗਾ ਦੱਸੋ ਜੀ ਮੈਂ ਵੇਟ ਕਰ ਰਿਹਾ ਤੁਹਾਡੇ ਆਨਸਰ ਦੀ ਦੇਖੋ ਇਹ ਚ ਕਮਰਾ ਸਾਫ਼ ਕੀਤਾ ਗਿਆ ਤੁਸੀਂ ਮੈਨੂੰ ਦੱਸੋ ਵੀ ਇਹ ਚ ਸਬਜੈਕਟ ਕਿਹੜਾ ਹੈਗਾ ਤੇ ਆਬਜੈਕਟ ਕਿਹੜਾ ਹੈਗਾ ਹਾਂਜੀ ਦੱਸੋ ਸਬਜੈਕਟ ਕਿਹੜਾ ਹੈਗਾ ਤੇ ਇਹਦੇ ਵਿੱਚ ਆਬਜੈਕਟ ਕਿਹੜਾ ਹੈਗਾ ਸਬਜੈਕਟ ਰੂਮ ਜੀ ਆਬਜੈਕਟ ਸਾਫ ਓਕੇ ਅਮਰਜੀਤ ਕੌਰ ਨੇ ਆਈ ਲਿਖਿਆ ਜੀ ਸ਼ਾਇਦ ਆਈ ਤਾਂ ਬੇਟਾ ਇਹਦੇ ਚ ਹੈ ਨਹੀਂ ਕਮਰਾ ਸਾਫ ਕੀਤਾ ਗਿਆ ਚਾਰ ਅੱਖਰ ਨੇ ਕਮਰਾ ਸਾਫ ਕੀਤਾ ਗਿਆ ਇਹਦੇ ਵਿੱਚ ਤੁਸੀਂ ਮੈਨੂੰ ਦੱਸਣਾ ਵੀ ਸਬਜੈਕਟ ਕਿਹੜਾ ਆਬਜੈਕਟ ਕਿਹੜਾ ਹੈਗਾ ਪਵਨਦੀਪ ਨੇ ਕਿਹਾ ਵੀ ਰੂਮ ਆਬਜੈਕਟ ਹੈ ਠੀਕ ਹੈ ਜੀ ਤਾਂ ਸਬਜੈਕਟ ਕੀ ਹੋਇਆ ਫਿਰ ਜੀ ਸਬਜੈਕਟ ਦੇਖੋ ਕਿਰਨ ਸਿੱਧੂ ਨੇ ਉੱਪਰ ਲਿਖਿਆ ਵੀ ਸਬਜੈਕਟ ਹੈਗਾ ਸਾਫ਼ ਕਰਨਾ ਦੇਖੋ ਬੱਚਿਓ ਮੈਂ ਤੁਹਾਨੂੰ ਹੁਣੇ ਦੱਸ ਕੇ ਆ ਦੇਖੋ ਟ੍ਰਾਂਸਲੇਸ਼ਨ ਇੱਥੇ ਹੀ ਗੜਬੜ ਹੁੰਦੀ ਹੈ ਜੀ ਹੁਣ ਤੁਹਾਨੂੰ ਆਈਡੀਆ ਮਿਲ ਜੂਗਾ ਕਿ ਵੀ ਤੁਸੀਂ ਗਲਤੀ ਕਿੱਥੇ ਕਰਦੇ ਹੋਗੇ ਹੁਣ ਦੇਖੋ ਜਸਪ੍ਰੀਤ ਸ਼ਰਮਾ ਨੇ ਵੀ ਇਹੀ ਗੱਲ ਕਹੀ ਹੈਗੀ ਕਿ ਸਬਜੈਕਟ ਰੂਮ ਹੈਗਾ ਤੇ ਆਬਜੈਕਟ ਸਾਫ਼ ਹੈਗਾ ਨਿਰਮਲ ਨੇ ਰੂਮ ਸਬਜੈਕਟ ਦੱਸਿਆ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ ਹੁਣ ਆਨਸਰ ਦੇਣ ਤੋਂ ਪਹਿਲਾਂ ਦੇਖੋ
ਕਿਰਿਆ ਕਿਹੜੀ ਇਹਦੇ ਵਿੱਚੋਂ ਕਮਰਾ ਸਾਫ਼ ਕੀਤਾ ਗਿਆ, ਕਿਹੜਾ ਕੰਮ ਹੋਇਆ ਇਹਦੇ ਵਿੱਚ, ਸਾਫ਼ ਕਰਨਾ। ਸੋ ਸਾਰਾ ਦਾ ਸਾਰਾ ਜਿਹੜਾ ਹੈਗਾਗਾ ਇਹ ਕੀ ਹੈ ਜੀ, ਇਹ ਕਿਰਿਆ ਹੈਗੀ, ਇਹ ਵਰਬ ਦੀ ਫਾਰਮ ਹੈਗੀ ਇਹ। ਤਾਂ ਫਿਰ ਵਰਬ ਦੀ ਫਾਰਮ ਜਿਹੜਾ ਹੈਗਾ ਸਾਫ਼ ਕੀ ਕੀਤਾ ਗਿਆ, ਕਮਰਾ ਕੀਤਾ ਗਿਆ। ਤਾਂ ਇਹ ਕੀ ਬਣਿਆ ਸਾਡਾ ਆਬਜੈਕਟ। ਉੱਤੇ ਸਾਫ਼ ਕਰਨ ਵਾਲਾ ਕੌਣ ਹੈਗਾ, ਹੂ। ਸੋ ਜਦੋਂ ਸਾਨੂੰ ਹੂ ਦਾ ਜਵਾਬ ਮਿਲੇ ਵਰਬ ਤੋਂ, ਜਿਹੜਾ ਸਾਡਾ ਹੂ ਹੁੰਦਾ ਹੈਗਾ ਉਹ ਸਾਡਾ ਸਬਜੈਕਟ ਹੁੰਦਾ ਹੈਗਾ। ਨਹੀਂ ਜੀ, ਜਿਵੇਂ ਬੱਚੇ ਲਿਖ ਰਹੇ हैं रूह जीनत कौर, महान सिंह, अशोक कुमार। देखो अशोक कुमार जी ने लिखा हैगा कि कोई भी लै सकते हैं, नहीं जी। देखो ਇਹਦੇ ਵਿੱਚ ਗੁਰਪ੍ਰੀਤ ਨੇ ਲਿਖਿਆ ਹੈਗਾ ਕਿ ਵੀ ਕਮਰਾ ਸਬਜੈਕਟ ਹੈਗਾ ਤੇ ਕੀਤਾ ਗਿਆ ਆਬਜੈਕਟ। ਨਹੀਂ ਰਾਜੇ, ਤੁਸੀਂ ਆਪ ਦੇਖੋ ਕਿਰਿਆ ਕੀ ਹੁੰਦੀ ਹੈ, ਪਹਿਲਾਂ ਆਪਾਂ ਕਿਰਿਆ ਨੂੰ ਸਮਝੀਏ। ਕਿਰਿਆ ਉਹ ਹੁੰਦੀ ਹੈਗੀ ਜਿਹੜੀ ਕਿ ਇੱਕੋ ਸਾਰ ਨਹੀਂ ਰਹਿੰਦੀ, ਇੱਕੋ ਜਿਹੀ ਨਹੀਂ ਰਹਿੰਦੀ। ਹੁਣ ਕਮਰਾ ਹੈਗਾ, ਕਮਰਾ ਤਾਂ ਇੱਕੋ ਜਗ੍ਹਾ ਰਹੂਗਾ। ਹਾਂ, ਕਮਰੇ ਦੀ ਜਿਹੜੀ ਸਫਾਈ ਹੈਗੀ ਉਹ ਤਾਂ ਬਾਰ-ਬਾਰ ਹੁੰਦੀ ਹੈਗੀ। ਸਮਝੇ ਮੇਰੀ ਗੱਲ। ਉਹ ਜਿਹੜਾ ਕਮਰਾ ਹੈ ਇਹਦੇ ਵਿੱਚ ਸਾਫ਼ ਕੀਤਾ ਗਿਆ ਹੈ ਜਿਹੜਾ, ਉਹ ਹੈਗਾਗਾ ਵਰਬ, ਤੇ ਕੀਤਾ ਕੀ ਗਿਆ ਹੈਗਾ, ਸਾਫ਼ ਕੀ ਕੀਤਾ ਗਿਆ, ਉਹ ਕਮਰਾ ਕੀਤਾ ਗਿਆ। ਇਸੇ ਕਰਕੇ ਕਮਰਾ ਕੀ ਹੋ ਗਿਆ, ਇੱਕ ਆਬਜੈਕਟ। ਇਹਦੇ ਵਿੱਚ ਬੱਚੋ ਸਬਜੈਕਟ ਤਾਂ ਹੈ ਹੀ ਨਹੀਂਗਾ, ਇਹ ਇੱਕ ਪੈਸਿਵ ਫਾਰਮ ਆ ਗਈ। ਕਹਿੰਦਾ ਮਤਲਬ ਵਿੱਚ ਸਬਜੈਕਟ ਹੈ ਹੀ ਨਹੀਂਗਾ। ਹੁਣ ਜਦੋਂ ਤੁਸੀਂ ਟ੍ਰਾਂਸਲੇਸ਼ਨ ਕਰੋਗੇ ਤੁਸੀਂ ਕਹੋਗੇ ਸਬਜੈਕਟ ਜੀ ਸਰ ਨੇ ਦੱਸਿਆ ਸੀ ਅੱਗੇ ਲੱਗਦਾ। ਤੁਸੀਂ ਇੰਗਲਿਸ਼ 'ਚ ਬਣਾਓਗੇ ਰੂਮ ਸਾਫ਼ ਕਰਨ ਦੀ ਇੰਗਲਿਸ਼ ਕੀ ਹੁੰਦੀ ਹੈਗੀ ਜੀ, ਪਾਸਟ ਵਿੱਚ ਆ ਜੀ ਕਲੀਨਡ, ਰੂਮ ਕਲੀਨਡ। ਇਹਦਾ ਗਲਤ ਹੋ ਗਿਆ, ਇਹ ਗਲਤ ਹੋ ਗਿਆ। ਇਹਦਾ ਆਂਸਰ ਕੀ ਬਣੂਗਾ, ਰੂਮ ਵਾਜ਼ ਕਲੀਨਡ। ਹੁਣ ਤੁਸੀਂ ਕਹੋਗੇ ਰੂਮ ਵਾਜ਼ ਕਲੀਨਡ ਕਿੱਥੋਂ ਆ ਗਿਆ, ਇਹ ਐਕਚੁਅਲ ਦੇ ਵਿੱਚ ਪੈਸਿਵ ਫਾਰਮ ਆ ਗਈ। ਹੁਣ ਮੇਰੀ ਗੱਲ ਇੱਥੋਂ ਧਿਆਨ ਨਾਲ ਫਿਰ ਸੁਣੋ, ਕਮਰਾ ਸਬਜੈਕਟ ਤੇ ਸਾਫ਼ ਆਬਜੈਕਟ ਨਹੀਂ ਜੀ। ਦੁਬਾਰਾ ਫਿਰ ਮੇਰੀ ਗੱਲ ਸੁਣੋ, ਜਿਹੜੇ ਆਂਸਰ ਲਿਖ ਰਹੇ ਨੇਗੇ ਬੱਚੇ ਵੀ ਜੀ ਸਬਜੈਕਟ ਆਬਜੈਕਟ ਇਹ ਆ। ਦੇਖੋ ਜੀ ਸਬਜੈਕਟ ਉਹ ਹੁੰਦਾ ਗਾ ਜਿਹੜਾ ਹੂ ਦਾ ਜਵਾਬ ਹੁੰਦਾ, ਮਤਲਬ ਵੀ ਕੌਣ ਹੈ, ਤੇ ਆਬਜੈਕਟ ਹੁੰਦਾ ਜਿਸ ਲਈ ਹੁੰਦਾ ਹੈਗਾ। ਹੁਣ ਕਮਰਾ ਸਾਫ਼ ਕੀਤਾ ਗਿਆ, ਕਰਨ ਵਾਲਾ ਕੌਣ ਹੈ, ਜਿੱਥੇ ਆਏ ਹੁੰਦਾ ਮੈਂ ਕਮਰਾ ਸਾਫ਼ ਕੀਤਾ, ਮੈਂ, ਫਿਰ ਮੈਂ ਹੋਣਾ ਸੀ ਸਬਜੈਕਟ। ਠੀਕ ਹੈ ਜੀ। ਕਮਰਾ ਸਬਜੈਕਟ ਤੇ ਸਾਫ਼ ਕਰਨਾ ਆਬਜੈਕਟ ਨਹੀਂ ਜੀ। ਕਮਰਾ ਇੱਕ ਆਬਜੈਕਟ ਹੈ ਤੇ ਜਿਹੜਾ ਸਬਜੈਕਟ ਹੈ ਉਹ ਕੀ ਹੈਗਾ, ਉਹ ਹੈਗਾ ਜੀ ਸਾਡਾ ਸਾਫ਼ ਕਰਨਾ ਕੀ ਹੈਗਾ, ਵਰਬ ਦੀ ਫਾਰਮ ਆ, ਕਮਰਾ ਸਾਡਾ ਆਬਜੈਕਟ ਹੈਗਾ। ਇੱਕ ਵਾਰੀ ਹੋਰ ਕਰਦੇ ਹਾਂ ਆਪਾਂ, ਮੇਰੇ ਨਾਲ ਬਣੇ ਰਹੀਓ। ਹੁਣ ਤੁਸੀਂ ਦੇਖੋਗੇ ਹੋ ਸਕਦਾ ਕਿ ਜਿਹੜੇ ਬੱਚੇ ਸੁਣ ਰਹੇ ਨੇ ਕਿ ਮੈਨੂੰ ਕੋਈ ਫਸਟ ਈਅਰ ਦਾ ਹੋਊਗਾ, ਕੋਈ ਸੈਕੰਡ ਈਅਰ ਦਾ ਹੋਊਗਾ, ਕੋਈ ਫਾਈਨਲ ਈਅਰ ਦਾ। 33 ਸਟੂਡੈਂਟ ਸੁਣ ਰਹੇ ਨੇਗੇ, 33 ਸਟੂਡੈਂਟ ਸੁਣ ਰਹੇ ਨੇਗੇ ਮੈਨੂੰ। ਤੇ ਚਲੋ ਇਹ ਫਸਟ ਕਲਾਸ ਹੈਗੀ ਆਪਣੀ, ਤਾਂ ਉਹ ਘੱਟ ਨੇਗੇ ਸਟੂਡੈਂਟਸ। ਕੱਲ ਨੂੰ ਦੇਖੋ ਸਟੂਡੈਂਟਸ ਵੱਧ ਹੋਣਗੇ। ਫਿਰ ਵੀ ਤੁਸੀਂ ਆਪ ਸੋਚੋ ਵੀ ਇਹ ਕਿਵੇਂ ਹੋ ਗਿਆ। ਇਹ ਇੱਕ ਮੈਂ ਸੈਂਟੈਂਸ ਹੋਰ ਲਿਖ ਦਾਂਗਾ, ਤੁਸੀਂ ਮੈਨੂੰ ਦੱਸਿਓ ਜੋ ਸਬਜੈਕਟ ਕਿਹੜਾ ਹੈਗਾ ਤੇ ਆਬਜੈਕਟ ਕਿਹੜਾ ਹੈਗਾ। ਕੀ ਹੈ, ਕੱਲ ਮੈਨੂੰ ਅਲਾਰਮ ਨੇ 5 ਵਜੇ ਜਗਾਇਆ। ਠੀਕ ਹੈ ਜੀ, ਅਲਾਰਮ ਨੇ 5 ਵਜੇ ਜਗਾਇਆ। ਹੁਣ ਦੱਸੋ ਜੀ, ਜੇ ਤੁਹਾਨੂੰ ਸਮਝ ਆ ਗਿਆ ਤਾਂ ਤੁਸੀਂ ਮੈਨੂੰ ਈਜ਼ੀਲੀ ਦੱਸ ਸਕਦੇ ਹੋਗੇ ਵੀ ਇੱਥੇ ਤੁਹਾਡਾ ਕੀ ਆਊਗਾ। ਇੱਥੇ ਅਲਾਰਮ ਨੇ 5 ਵਜੇ ਜਗਾਇਆ, ਦੱਸੋ ਜੀ ਇਹ 'ਚ ਸਬਜੈਕਟ ਕਿਹੜਾ ਹੈਗਾ, ਆਬਜੈਕਟ ਕਿਹੜਾ ਹੈਗਾ। ਆਂਸਰ ਦੇਣ ਤੋਂ ਪਹਿਲਾਂ ਤੁਸੀਂ ਇਹਦੀ ਵਰਬ ਦੀ ਫਾਰਮ ਪਹਿਚਾਣ ਲਓ। ਠੀਕ ਹੈ, ਵਰਬ ਦੀ ਫਾਰਮ ਪਛਾਣ ਲਈ ਜੀ। ਹੁਣ ਦੇਖੋ ਵੀ ਉਹ ਜਿਹੜਾ ਵਰਬ ਦੀ ਫਾਰਮ ਹੈ ਕਿਰਿਆ ਕੌਣ ਕਰ ਰਿਹਾ ਹੈਗਾ, ਉਹ ਤੁਹਾਡਾ ਸਬਜੈਕਟ ਹੋ ਗਿਆ, ਤੇ ਕਿਹਦੇ ਲਈ ਕਰ ਰਿਹਾ ਹੈਗਾ ਉਹ ਆਬਜੈਕਟ ਹੋ ਗਿਆ। ਹਾਂਜੀ, ਆਂਸਰ ਹੈ ਜੀ, ਆਂਸਰ ਮੇਰੇ ਕੋਲ ਆ ਰਿਹਾ। ਸਬਜੈਕਟ ਕਿਹੜਾ ਜੀ ਇਹਦੇ ਵਿੱਚ, ਸਬਜੈਕਟ ਹੈ ਜੀ ਅਲਾਰਮ। ਵੈਰੀ ਗੁੱਡ, ਸ਼ਾਬਾਸ਼। ਇਹਦੇ ਵਿੱਚ ਦੇਖੋ ਕਿਰਿਆ ਹੈਗੀ ਆ ਜਗਾਉਣਾ, ਵਰਬ ਦੀ ਫਾਰਮ, ਤੇ ਜਗਾਉਣ ਵਾਲਾ ਕੌਣ ਹੈਗਾ, ਅਲਾਰਮ। ਇਹ ਹੋ ਗਿਆ ਸਬਜੈਕਟ। ਤੇ ਇਹਦੇ 'ਚ ਹੁਣ ਮੈਨੂੰ ਦੱਸੋ ਆਬਜੈਕਟ ਕੀ ਹੈ ਇਹਦੇ ਵਿੱਚ ਜੀ। ਨਿਰਮਲ ਸਿੰਘ ਨੇ ਜਵਾਬ ਦਿੱਤਾ ਹੈਗਾ ਕਿ ਆਬਜੈਕਟ ਇਹਦੇ ਵਿੱਚ ਹੈ ਮੈਨੂੰ, ਆਬਜੈਕਟ ਮੈਨੂੰ। ਵੈਰੀ ਗੁੱਡ, ਤਾਂ ਇਹ ਹੋ ਗਿਆ ਸਾਡਾ ਆਬਜੈਕਟ। ਹੁਣ ਦੇਖੋ ਟ੍ਰਾਂਸਲੇਸ਼ਨ ਕਰਨੀ ਕਿੰਨੀ ਸੌਖੀ ਹੋ ਜੂ। ਹੁਣ ਇੰਗਲਿਸ਼ ਦਾ ਰੂਲ ਕੀ ਹੈਗਾ, ਆਹ ਦੇਖੋ ਪਹਿਲਾਂ ਸਬਜੈਕਟ ਹੁੰਦਾ ਜੀ, ਫਿਰ ਵਰਬ ਦੀ ਫਾਰਮ ਹੁੰਦੀ ਹੈ, ਫਿਰ ਆਬਜੈਕਟ ਹੁੰਦਾ ਹੈਗਾ। ਜਾਂ ਫਿਰ ਕਈ ਵਾਰ ਸਬਜੈਕਟ ਹੁੰਦਾ ਹੈਗਾ,
ਵਿਚਕਾਰ ਦੇ ਵਿੱਚ ਐਗਜ਼ਿਲਰੀ ਹੁੰਦੀ ਹੈਗੀ। ਐਗਜ਼ਿਲਰੀ ਮੈਂ ਤੁਹਾਨੂੰ ਸਮਝਾਉਣਾ ਕੀ ਹੁੰਦਾ ਹੈਗਾ, ਫਿਰ ਵਰਬ ਦੀ ਫਾਰਮ ਹੁੰਦੀ ਹੈ, ਫਿਰ ਆਬਜੈਕਟ ਹੁੰਦਾ। ਬਿਲਕੁਲ ਸਹੀ ਗੱਲ ਹੈ। ਜਿਨ੍ਹਾਂ ਨੇ ਆਂਸਰ ਦਿੱਤਾ ਹੈਗਾ ਕਰਮਜੀਤ, ਬਬਲੀ, ਸ਼ਰੂਤੀ ਬੰਸਲ, ਬਲਜਿੰਦਰ ਕੌਰ ਤੇ ਮਹਾ ਸਿੰਘ, ਮਤਲਬ ਕਿ ਸਭ ਦਾ ਆਂਸਰ ਠੀਕ ਹੈਗਾ। ਹੁਣ ਦੇਖੋ ਆਪਾਂ ਟ੍ਰਾਂਸਲੇਸ਼ਨ ਕਰਦੇ ਹਾਂ। ਜੇ ਸਾਨੂੰ ਨਾ ਚੀਜ਼ ਦਾ ਪਤਾ ਹੋਵੇ, ਟ੍ਰਾਂਸਲੇਸ਼ਨ ਕਰਨੀ ਹੋਈ ਔਖੀ ਹੋ ਜਾਂਦੀ। ਸਾਨੂੰ ਇਹ ਨਹੀਂ ਪਤਾ ਲੱਗਦਾ ਕਿਹੜਾ ਵਰਡ ਕਿੱਥੇ ਆਊ, ਕਿਹੜਾ ਵਰਡ ਕਿੱਥੇ ਆਊਗਾ। ਹੁਣ ਦੇਖੋ ਸਬਜੈਕਟ ਕੀ ਹੈ ਜੀ, ਅਲਾਰਮ, ਠੀਕ ਹੈ ਜੀ, ਇੰਗਲਿਸ਼ 'ਚ ਲਿਖਿਆ ਅਲਾਰਮ। ਕਿਰਿਆ ਕਿਹੜੀ ਇਹਦੇ 'ਚ ਹੋ ਰਹੀ ਹੈ, ਜਗਾਇਆ। ਜਗਾਉਣ ਨੂੰ ਕੀ ਕਹਿੰਦੇ ਹੁੰਦੇ ਹੈਗੇ, ਪਾਸਟ ਵਿੱਚ ਆ ਵੋਕ। ਉਹ ਬਾਅਦ ਦੀ ਗੱਲ ਦੱਸੂ ਵੀ ਵਰਬ ਦੀ ਫਸਟ ਫਾਰਮ, ਸੈਕੰਡ ਫਾਰਮ, ਥਰਡ ਫਾਰਮ ਕਿੱਥੇ ਲੱਗਦੀ। ਪਹਿਲਾਂ ਸਾਨੂੰ ਇਹ ਤਾਂ ਪਤਾ ਲੱਗੇ ਵੀ ਕਿਹੜਾ ਵਰਡ ਕਿੱਥੇ ਆਊ, ਕਿਹੜਾ ਵਰਡ ਕਿੱਥੇ ਆਊਗਾ। ਠੀਕ ਹੈ ਜੀ। ਹਾਂਜੀ ਹਾਂਜੀ, ਬੱਚੇ ਆਂਸਰ ਦੇ ਰਹੇ ਨੇਗੇ। ਸ਼ਰੂਤੀ ਬੰਸਲ ਤੋਂ ਬਾਅਦ ਆਰਤੀ ਕੱਕੜ ਤੇ ਰੂਹ ਜੀਨਤ ਕੌਰ। ਹਾਂਜੀ, ਅਲਾਰਮ ਵੋਕ ਮੀ ਅਪ ਐਟ 5। ਮੇਰੇ ਨਾਲ ਐਡਵਾਂਸ ਨਿਕਲ ਗਈ ਰੂਹ ਜੀਨਤ ਕੌਰ, ਵੈਰੀ ਗੁੱਡ ਰਾਜੀ। ਦੇਖੋ ਅਲਾਰਮ ਵੋਕ ਕਿਹਨੂੰ, ਦੇਖੋ ਇਹ ਹੋ ਗਿਆ ਸਬਜੈਕਟ, ਇਹ ਹੋ ਗਈ ਵਰਬ ਦੀ ਫਾਰਮ, ਤੇ ਆਬਜੈਕਟ ਕੀ ਆ, ਮੈਨੂੰ, ਮੀ, ਮੈਨੂੰ ਦੀ ਹੋ ਗਈ ਮੀ। ਦੇਖੋ ਇੰਨਾ ਕੰਮ ਤਾਂ ਹੋ ਗਿਆ ਨਾ। ਬਾਕੀ ਡਿਟੇਲ ਕੀ, ਅਲਾਰਮ ਵੋਕ ਮੀ ਅਪ ਐਟ 5। ਬਿਲਕੁਲ ਸਹੀ ਹੈ ਰੂ ਜੀ ਨੇ, ਥੈਂਕ ਯੂ ਰਾਜੇ, ਤੁਸੀਂ ਪਹਿਲੇ ਹੀ ਆਂਸਰ ਦੇਤਾ। ਬਟ ਹਾਂ, ਮੇਰਾ ਮੇਨ ਮਕਸਦ ਸੀ ਤੁਹਾਨੂੰ ਦਿਖਾਉਣਾ। ਦੇਖੋ ਜਿਹੜੀ ਮੇਨ ਚੀਜ਼ ਹੈਗੀ, ਮੇਨ ਚੀਜ਼ ਸੈਂਟੈਂਸ ਦੇ ਵਿੱਚ ਸਬਜੈਕਟ ਹੁੰਦਾ, ਵਰਬ ਹੁੰਦਾ ਹੈਗਾ ਤੇ ਆਬਜੈਕਟ ਹੁੰਦਾ ਹੈਗਾ। ਬਾਕੀ ਜਿਹੜੀ ਡਿਟੇਲ ਹੈਗੀ ਉਹ ਤਾਂ ਆਪਾਂ ਵਿੱਚ ਐਡ ਕਰ ਸਕਦੇ ਹੁੰਦੇ ਹਾਂ। ਠੀਕ ਹੈ, ਵਿੱਚ ਐਡ ਕਰ ਸਕਦੇ ਹੁੰਦੇ ਹੈਗੇ। ਸੋ ਅਲਾਰਮ ਵੋਕ ਮੀ ਅਪ ਐਟ 5। ਜਸਪ੍ਰੀਤ ਨੇ ਵੀ, ਜਸਪ੍ਰੀਤ ਸ਼ਰਮਾ ਨੇ ਬਿਲਕੁਲ ਸਹੀ ਲਿਖਿਆ। ਉਹ ਮੈਨੂੰ ਉਮੀਦ ਆ ਤੁਹਾਨੂੰ ਹੁਣ ਵਰਬ, ਸਬਜੈਕਟ, ਆਬਜੈਕਟ ਤੇ ਵਰਬ ਦਾ ਪਤਾ ਲੱਗ ਗਿਆ ਹੋਵੇ। ਲੱਗ ਗਿਆ ਪਤਾ? ਚਲੋ ਫਿਰ ਕੋਈ ਗੱਲ ਨਹੀਂ, ਆਪਾਂ ਫਿਰ ਐਕਸਪੈਰੀਮੈਂਟ ਕਰਕੇ ਦੇਖਦੇ ਹਾਂ। ਇੱਕ ਹੋਰ ਸੈਂਟੈਂਸ ਤੁਹਾਡੇ ਲਈ ਹੈ, ਫਿਰ ਮੈਂ ਤੁਹਾਨੂੰ ਦੱਸੂਗਾ ਕਿ ਵਰਬ ਦੀ ਫਸਟ ਫਾਰਮ, ਸੈਕੰਡ ਫਾਰਮ ਤੇ ਥਰਡ ਫਾਰਮ ਕਦੋਂ ਲੱਗਦੀ ਹੈ ਤੇ ਕਿਵੇਂ ਲੱਗਦੀ ਹੈ। ਤਿਆਰ ਹੋ ਜੀ? ਤਿਆਰ ਹੋ ਜੀ ਫਿਰ? ਵੈਰੀ ਗੁੱਡ। ਲਓ ਜੀ, ਹਾਂਜੀ ਇੱਕ ਸੈਂਟੈਂਸ ਮੈਂ ਹੋਰ ਲਿਖਦਾ, ਮੈਨੂੰ ਦੱਸੋ ਜੀ ਇਹਦੇ ਵਿੱਚ ਸਬਜੈਕਟ, ਆਬਜੈਕਟ ਤੇ ਵਰਬ ਦੀ ਫਾਰਮ ਕੀ ਹੈ? ਕੀ ਹੈ? ਤਨਖਾਹ, ਤਨਖਾਹ ਕਾਮਿਆਂ ਨੂੰ ਹਫ਼ਤੇ ਬਾਅਦ ਦਿੱਤੀ ਜਾਂਦੀ ਹੈ। ਹੁਣ ਦੱਸੋ ਜੀ ਇਹਦੇ ਵਿੱਚ ਸਬਜੈਕਟ ਕਿਹੜਾ ਹੈਗਾ? ਪਹਿਲਾਂ ਮੈਨੂੰ ਦੱਸੋ ਇਹ 'ਚ ਕਿਰਿਆ ਦੱਸੋ ਪਹਿਲਾਂ, ਉਹ ਛੱਡੋ। ਹਾਂਜੀ ਠੀਕ ਹੈ ਜੀ, ਗੁਰਸੇਵਕ, ਕਿਰਨ ਸਿੱਧੂ, ਠੀਕ ਹੈ ਰਾਜੀ, ਸਮਝ ਗਿਆ ਤੁਹਾਡੀ ਗੱਲ ਮੈਂ। ਹਾਂਜੀ ਚਲੋ ਹੁਣ ਦੱਸੋ, ਤਨਖਾਹ ਕਾਮਿਆਂ ਨੂੰ ਹਫ਼ਤੇ ਬਾਅਦ ਦਿੱਤੀ ਜਾਂਦੀ ਹੈ, ਇਹਦੇ ਵਿੱਚ ਪਹਿਲਾਂ ਵਰਬ ਦੀ ਫਾਰਮ ਦੱਸੋ ਕੀ ਹੈਗੀ? ਰੂਹ ਜੀਨਤ ਕੌਰ ਦਿੱਤੀ, ਬਿਲਕੁਲ। ਕੋਈ ਹੋਰ ਦੱਸੋ? ਤਨਖਾਹ ਜੀ ਨਹੀਂ ਬੱਚੇ, ਪਹਿਲਾਂ ਮੈਨੂੰ ਦੱਸੋ ਵਰਬ ਦੀ ਫਾਰਮ ਦੱਸੋ ਕਿਹੜੀ ਹੈ ਜੀ? ਵਰਬ ਦੀ ਫਾਰਮ, ਕਿਰਿਆ ਕਿਹੜੀ ਹੈ ਇਹਦੇ ਵਿੱਚ? ਬਿਲਕੁਲ ਜੀ, ਸ਼ਾਬਾਸ਼। ਇਹਦੇ 'ਚ ਇਕੱਲਾ ਦਿੱਤੀ ਨਹੀਂ ਹੈਗਾ ਗਾ, ਦਿੱਤੀ ਜਾਂਦੀ ਹੈ, ਇਹ ਤੁਹਾਡੀ ਹੋ ਗਈ ਜੀ ਵਰਬ ਦੀ ਫਾਰਮ। ਲੱਭ ਗਈ ਜੀ? ਹੁਣ ਇਹ 'ਚ ਸਬਜੈਕਟ ਦੱਸੋ ਕਿਹੜਾ ਹੈਗਾ ਮੈਨੂੰ? ਸਬਜੈਕਟ ਕਿਹੜਾ ਜੀ ਇਹਦੇ ਵਿੱਚ? ਹੁਣ ਤਾਂ ਲੱਭਣਾ ਬਹੁਤ ਸੌਖਾ ਹੋ ਜਾਊਗਾ। ਸਬਜੈਕਟ ਦੱਸੋ ਹੁਣ ਕਿਹੜਾ ਹੈਗਾ? ਸਬਜੈਕਟ ਕਿਹੜਾ ਹੈ ਜੀ? ਦਿੱਤੀ ਜਾਂਦੀ ਹੈ, ਵਰਬ ਦੀ ਫਾਰਮ ਨਿਕਲ ਗਈ, ਤਾਂ ਸਬਜੈਕਟ ਕੀ ਹੈ ਜੀ? ਸਬਜੈਕਟ ਕਿਹੜਾ ਇਹਦੇ ਵਿੱਚ? ਧਿਆਨ ਨਾਲ ਦੱਸਿਓ, ਕਾਹਲੀ ਨਹੀਂ ਕਰਨੀ। ਜਿਹੜਾ ਸਬਜੈਕਟ, ਜਿਹੜੀ ਵਰਬ ਦੀ ਫਾਰਮ ਕਰਨ ਵਾਲਾ ਹੁੰਦਾ ਹੈਗਾ, ਉਹ ਸਾਡਾ ਸਬਜੈਕਟ ਹੁੰਦਾ ਹੈਗਾ। ਦੁਬਾਰਾ ਸੁਣੋ ਮੇਰੀ ਗੱਲ, ਜੇ ਸਬਜੈਕਟ ਲੱਭਣਾ ਹੈਗਾ ਤਾਂ ਵਰਬ ਦੀ ਫਾਰਮ ਦੇਖੋ ਵੀ ਵਰਬ ਦੀ ਫਾਰਮ ਕਰਨ ਵਾਲਾ ਕੌਣ ਹੈਗਾ। ਇੱਕ ਨੇ ਕਿਹਾ ਕਾਮਿਆਂ ਨੇ, ਇੱਕ ਨੇ ਕਿਹਾ ਜੀ ਕਾਮਾ, ਹਾਂਜੀ, ਤੇ ਤਨਖਾਹ, ਓਕੇ। ਕੋਈ ਹੋਰ? ਸਬਜੈਕਟ ਕਾਮਿਆਂ ਨੇ, ਜਸਪ੍ਰੀਤ ਸ਼ਰਮਾ, ਓਕੇ ਜੀ। ਕੋਈ ਹੋਰ? ਹਾਂ, ਜਿਹੜੇ ਸੁਣ ਰਹੇ ਨੇ ਭਾਈ, ਪਹਿਲਾਂ 33 ਜਾਣੇ, 37 ਜਾਣੇ ਆਪਾਂ ਨੂੰ ਸੁਣ ਰਹੇ ਨੇਗੇ। ਤੇ ਲਾਈਕ ਤੁਸੀਂ ਜਿਹਨਾਂ ਨੇ ਨਹੀਂ ਕੀਤਾ ਪਹਿਲਾਂ ਉਹ ਲਾਈਕ ਕਰੋ ਜੀ, ਤੇ ਮੈਨੂੰ ਆਨਸਰ ਵੀ ਦਿਓ ਤੁਸੀਂ ਜੀ। ਹਾਂਜੀ, ਤਨਖਾਹ ਕਾਮਿਆਂ, ਕਾਮਿਆਂ ਨਹੀਂ ਜੀ। ਮੇਰੀ ਗੱਲ ਸੁਣੋ ਹੁਣ ਧਿਆਨ ਨਾਲ, ਤੁਸੀਂ ਕੋਈ ਵੀ ਠੀਕ ਨਹੀਂ ਹੈਗਾ ਤੁਹਾਡਾ। ਹੁਣ ਤੁਸੀਂ ਐਂ ਦੇਖੋ ਵੀ ਤਨਖਾਹ ਦਿੱਤੀ ਜਾਂਦੀ ਆ, ਦਿੱਤੀ ਜਾਣੀ, ਹੁਣ ਦਿੰਦਾ ਕੌਣ ਹੈਗਾ? ਤਨਖਾਹ ਦੇਣ ਵਾਲਾ ਕੌਣ ਹੈ ਇਹਦੇ 'ਚ?
ਕੋਈ ਵੀ ਨਹੀਂ ਹੈਗਾ ਇਹਦੇ ਵਿੱਚ ਤਾਂ ਜੀ, ਇਹ 'ਚ ਸਬਜੈਕਟ ਹੈ ਹੀ ਨਹੀਂ ਸਾਡੇ ਕੋਲੇ। ਹਾਂ ਆਬਜੈਕਟ ਜ਼ਰੂਰ ਹੈ ਇਹਦੇ ਵਿੱਚ। ਆਬਜੈਕਟ ਕੀ ਹੈਗਾ? ਕਾਮੇ ਤੇ ਤਨਖਾਹ, ਦੋ ਤਰ੍ਹਾਂ ਦੇ ਆਬਜੈਕਟ ਨੇ, ਇਹ 'ਚ ਤਨਖਾਹ ਵੀ ਹੈ ਤੇ ਕਾਮੇ ਵੀ ਹੈਗੇ ਇਹਦੇ ਵਿੱਚ। ਹਾਂਜੀ ਵੈਰੀ ਗੁੱਡ, ਨਿਰਮਲ ਸਿੰਘ ਨੇ ਸਹੀ ਦੱਸਿਆ ਕਿ ਸਬਜੈਕਟ ਇਹ 'ਚ ਮਿਸਿੰਗ ਹੈਗਾ ਇਹਦੇ ਵਿੱਚ, ਸਬਜੈਕਟ ਇਹ 'ਚ ਹੈ ਹੀ ਨਹੀਂ। ਸੋ ਜਦੋਂ ਕਿਸੇ ਸੈਂਟੈਂਸ ਦੇ ਵਿੱਚ ਸਬਜੈਕਟ ਮਿਸਿੰਗ ਹੋਵੇ ਤਾਂ ਅਸੀਂ ਉਸ ਸੈਂਟੈਂਸ ਨੂੰ ਪੈਸਿਵ ਕਹਿੰਦੇ ਆਂਗੇ। ਐਕਟਿਵ ਪੈਸਿਵ ਕਰਦੇ ਹੁੰਦੇ ਨਾ, ਬਹੁਤ ਜ਼ਰੂਰੀ ਆ। ਪੈਸਿਵ ਕਿਹਨੂੰ ਕਹਿੰਦੇ ਆ? ਜਿਹਦੇ ਵਿੱਚ ਸਬਜੈਕਟ ਨਾ ਹੋਵੇ। ਪਰ ਜੇ ਸਬਜੈਕਟ ਦਿੱਤਾ ਹੋਇਆਗਾ ਫਿਰ ਉਹ ਕੀ ਹੁੰਦਾ ਗਾ? ਉਹ ਹੁੰਦਾ ਜੀ ਸਾਡਾ ਐਕਟਿਵ ਸੈਂਟੈਂਸ। ਤੇ ਸ਼ਾਬਾਸ਼, ਨਿਰਮਲ ਸਿੰਘ ਨੇ ਸਹੀ ਦੱਸਿਆ ਹੈਗਾ ਕਿ ਜਿਹੜਾ ਸਬਜੈਕਟ ਹੈਗਾ ਮਿਸਿੰਗ ਹੈਗਾ ਇਹਦੇ ਵਿੱਚ। ਹਾਂਜੀ ਅਮਰਜੀਤ, ਵਰਬ ਦਿੱਤੀ ਜਾਂਦੀ ਹੈ, ਬਿਲਕੁਲ ਸਹੀ ਹੈਗਾ। ਪਰ ਤੁਸੀਂ ਗਲਤੀ ਕਿੱਥੇ ਕਰ ਗਏ ਸਾਰੇ ਜਾਣੇ, ਇੱਕ ਨੂੰ ਛੱਡ ਕੇ, ਕਿ ਇਹ 'ਚ ਸਬਜੈਕਟ ਹੈ ਹੀ ਨਹੀਂ ਇਹਦੇ ਵਿੱਚ। ਇਹਦਾ ਆਨਸਰ ਕੀ ਬਣੂਗਾ? ਸੈਲਰੀ is given to laborers after a week, ਜਾਂ ਫਿਰ ਅਸੀਂ ਇਹਨੂੰ ਸਿੰਪਲ ਕੀ ਲਿਖ ਸਕਦੇ ਹਾਂ? ਵੀਕਲੀ। ਇਹਨੂੰ ਆਪਾਂ ਇਹ ਵੀ ਲਿਖ ਸਕਦੇ ਹਾਂਗੇ, laborers are given salary after a week, ਜਾਂ laborers are given salary weekly। ਗੁਰਸੇਵਕ ਸਿੰਘ ਨੇ ਕਿਹਾ ਸਬਜੈਕਟ ਤਨਖਾਹ ਆਬਜੈਕਟ ਕੰਮ ਹੈ। ਨਹੀਂ ਰਾਜੇ, ਇਹਦੇ ਵਿੱਚ ਸਬਜੈਕਟ ਸਾਡਾ ਹੈ ਹੀ ਨਹੀਂ ਗਾ ਇਹਦੇ ਵਿੱਚ। ਇਹ ਸਿੱਧਾ ਦੱਸਿਆ ਹੋਇਆ ਵੀ ਕੰਮ ਕੀ ਹੋਇਆ ਹੈਗਾ। ਹੁਣ ਮੈਂ ਤੁਹਾਨੂੰ ਦੱਸਦਾ ਇੱਕ ਹੋਰ ਤਰੀਕਾ, ਜਿਹਦੇ ਵਿੱਚ ਕੰਮ ਦੇ ਉੱਪਰ ਫੋਕਸ ਕੀਤਾ ਜਾਂਦਾ ਹੈਗਾ, ਉਹ ਸਬਜੈਕਟ ਉਹਦੇ ਵਿੱਚ ਇਹ ਮੰਨ ਕੇ ਚਲੋ ਹੁੰਦਾ ਨਹੀਂ ਗਾ ਉਹਦੇ ਵਿੱਚ। ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗ ਗਿਆ। ਦੁਬਾਰਾ ਫਿਰ ਮੈਂ ਤੁਹਾਨੂੰ ਕੁਝ ਸੈਂਟੈਂਸ ਤੁਹਾਨੂੰ ਦਊਂਗਾ, ਮੈਂ ਚਾਹੇ ਤੁਹਾਨੂੰ ਮੈਂ ਗਰੁੱਪ ਦੇ ਵਿੱਚ ਸੈਂਡ ਕਰਾਂ ਮੈਂ ਤੁਹਾਨੂੰ, ਤੇ ਉਹਦੇ ਵਿੱਚ ਤੁਸੀਂ ਦੱਸਣਾ ਹੈਗਾ ਕਿ ਸਬਜੈਕਟ ਕਿਹੜਾ ਆਬਜੈਕਟ ਕਿਹੜਾ ਹੈਗਾ। ਠੀਕ ਹੈ, ਜਿਹੜੇ ਬੰਦੇ ਮੈਨੂੰ ਸੁਣ ਰਹੇ ਨੇਗੇ ਉਹ ਜ਼ਰੂਰ ਕੰਟੈਕਟ ਵਿੱਚ ਰਹਿਣ। ਤੇ ਮੈਂ ਤੁਹਾਨੂੰ ਦੱਸਾਂ, ਇਹ ਜਿਹੜੀ ਕਲਾਸ ਹੈਗੀ, ਚਾਹੇ ਤੁਸੀਂ ਕਿਸੇ ਵੀ ਕਲਾਸ ਨਾਲ, ਤੁਹਾਡੇ ਹਰ ਇੱਕ ਦੇ ਲਈ ਜ਼ਰੂਰੀ ਹੈਗੀ। ਕਿਉਂ ਇਹਦੇ ਵਿੱਚ ਬੇਸਿਕ ਗੱਲ ਕਰ ਰਹੇ ਹਾਂਗੇ। ਮੈਂ ਨਹੀਂ ਕਹਿੰਦਾ ਮੈਨੂੰ ਬਹੁਤ ਆਉਂਦੀ ਇੰਗਲਿਸ਼ ਜਾਂ ਕਿਸੇ ਨੂੰ ਘੱਟ ਆਉਂਦੀ ਹੈ, ਨਹੀਂ। ਅਸਲ ਦੇ ਵਿੱਚ ਕੀ ਹੈਗਾ, ਸਾਨੂੰ ਇਹ ਲੱਗਦਾ ਹੈਗਾ ਕਿ ਯਾਰ ਸਬਜੈਕਟ ਵਰਬ ਦੀਆਂ ਫਾਰਮ ਤੋਂ ਸਾਨੂੰ ਆਉਂਦੀਆਂ, ਪਰ ਨਹੀਂ। ਵਰਬ ਦੀ ਫਾਰਮ ਤੋਂ ਹੀ ਅਸੀਂ ਸਾਰੀ ਦੀ ਸਾਰੀ ਇੰਗਲਿਸ਼ ਸਿੱਖ ਸਕਦੇ ਹਾਂਗੇ ਆਪਾਂ। ਜੇ ਅਸੀਂ ਵਰਬ ਦੀ ਫਾਰਮ ਨਾ ਸਿੱਖੀ ਤਾਂ ਇਹ ਮੰਨ ਕੇ ਚੱਲੋ ਵੀ ਸਾਨੂੰ ਸਬਜੈਕਟ ਆਬਜੈਕਟ ਦੇ ਟ੍ਰਾਂਸਲੇਸ਼ਨ ਦਾ ਸਾਨੂੰ ਪਤਾ ਹੀ ਨਹੀਂ ਲੱਗਣਾ ਗਾ। ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਕਿ ਇਹ ਹੋ ਗਈ ਸਬਜੈਕਟ ਆਬਜੈਕਟ ਤੇ ਵਰਬ ਦੀ ਗੱਲ ਹੋ ਗਈ। ਹੁਣ ਇਸ ਤੋਂ ਬਾਅਦ ਵਰਬ ਦੀ ਜਿਹੜੀਆਂ ਫਾਰਮਸ ਨੂੰ ਆਪਾਂ ਅੱਗੇ ਲੈ ਕੇ ਜਾਂਦੇ ਹਾਂਗੇ। ਇਸ ਤੋਂ ਪਹਿਲਾਂ ਤੁਹਾਡੇ ਲਈ ਇੱਕ ਮੈਂ ਸਵਾਲ ਛੱਡਿਆ ਸੀ ਪਿੱਛੇ, ਉਹ ਕੀ ਸੀਗਾ? ਐਗਜ਼ਿਲਰੀ। ਐਗਜ਼ਿਲਰੀ ਕੀ ਹੁੰਦੀ ਹੈ ਜੀ? ਦੇਖੋ ਐਗਜ਼ਿਲਰੀ, ਪਹਿਲਾਂ ਤਾਂ ਮੈਨੂੰ ਇਹ ਦੱਸੋ, ਇੱਕ ਮੈਸੇਜ ਇਹ ਕਰਕੇ ਲਿਖੋ ਕਿ ਵੀ ਤੁਹਾਨੂੰ ਜੋ ਮੈਂ ਲਿਖ ਰਿਹਾ ਬਿਲਕੁਲ ਸਾਫ਼ ਦਿਖ ਰਿਹਾ ਹੈਗਾ। ਹਾਂਜੀ ਟੋਨੀ ਸਿੰਘ ਨੇ ਦੱਸਿਆ ਕਿ ਮਾਡਲ ਹੁੰਦੇ ਨੇ, ਬਿਲਕੁਲ ਸਹੀ ਆ। ਤੁਸੀਂ ਅੱਧੇ ਠੀਕ ਹੋ ਜੀ, ਮਤਲਬ ਜਿੰਨਾ ਦੱਸਿਆ ਤੁਸੀਂ ਠੀਕ ਹੋ, ਪਰ ਇਹਦੇ ਵਿੱਚ ਕੁਝ ਹੋਰ ਵੀ ਹੁੰਦਾ ਹੈ। ਠੀਕ ਹੈ ਜੀ। ਵੀਡੀਓ ਦੱਸੋ ਪਹਿਲਾਂ ਮੈਨੂੰ, ਵੀਡੀਓ ਤੁਹਾਨੂੰ ਸੁਣ ਰਹੀ ਹੈਗੀ, ਆਡੀਓ ਵੀ? ਠੀਕ ਹੈ, ਯੈਸ ਸਰ ਦਾ ਆਨਸਰ ਆ ਗਿਆ, ਮਤਲਬ ਦਿਖ ਰਿਹਾ ਹੈਗਾ। 25% ਨੇ ਲਾਈਕ ਕੀਤੀ ਆਪਣੀ ਵੀਡੀਓ ਤੇ 36 ਜਣੇ ਹੁਣ ਇਹਨੂੰ ਸੁਣ ਰਹੇ ਨੇਗੇ। ਸੋ ਵਧੀਆ ਗੱਲ ਆ, ਅੱਜ ਆਪਣੀ ਪ੍ਰੋਗਰੈਸ ਹੈ ਕੱਲ ਦੇ ਨਾਲੋਂ। ਕੱਲ ਨੂੰ ਮੈਂ ਚਾਹਣਾਗਾ ਕਿ 50 ਤੋਂ ਲੈ ਕੇ 70 ਜਣੇ ਆਪਣੀ ਇਸ ਕਲਾਸ ਨੂੰ ਅਟੈਂਡ ਕਰਨ। ਸੋ ਟਾਈਮ ਮੈਂ ਤੁਹਾਨੂੰ ਪੱਕਾ ਦੱਸ ਦੂੰ, ਕਿਉਂਕਿ ਅੱਜ ਚੰਗੀ ਤਰ੍ਹਾਂ ਐਕਸਪੈਰੀਮੈਂਟ ਕਰ ਲਿਆ ਦੇਸੀ ਤਰੀਕੇ ਦੇ ਨਾਲ, ਤੇ ਕੱਲ ਨੂੰ ਮਿਸਿੰਗ ਨਹੀਂ ਹੋਏਗਾ, ਕੱਲ ਨੂੰ ਸਾਰਾ ਕੁਝ ਸੈੱਟ ਹੋ ਜਾਊਗਾ। ਕੱਲ ਆਪਾਂ ਪੱਕੇ ਟਾਈਮ ਦੇ ਉੱਪਰ ਜਿਹੜਾ ਹੋਊਗਾ ਉਹ ਤੁਹਾਨੂੰ ਟਾਈਮ ਅੱਜ ਮੈਂ ਸੈਂਡ ਕਰ ਦੂੰਗਾ, ਉਹਦੇ ਉੱਪਰ ਡਿਸਕਸ ਕਰਾਂਗੇ। ਹਾਂਜੀ ਆਪਾਂ ਗੱਲ ਕरें ਐਗਜ਼ਿਲਰੀ ਦੀ। ਪਹਿਲਾਂ ਲਾਈਕ ਕਰਨਾ ਨਹੀਂ ਭੁੱਲਣਾਗਾ ਤੇ ਕਮੈਂਟ ਤਾਂ ਤੁਸੀਂ ਕਰਦੇ ਹੀ ਲਿਖਣਾ ਹੈਗਾ। 26 ਲਾਈਕ ਹੈ ਸਰ। ਹਾਂ 27 ਹੁਣ ਹੋ ਗਏ ਜੀ। ਠੀਕ ਹੈ ਜੀ, ਬੱਚੇ ਐਕਟਿਵ ਹੋ ਗਏ ਹੈ। ਹਰਸ਼ਦੀਪ ਸਿੰਘ, ਅਮਨਦੀਪ ਸਿੰਘ ਨੇ, ਅਸ਼ੋਕ ਕੁਮਾਰ, ਗੁਰਲਾਲ ਕੌਰ ਸੁਖ, ਟੋਮੀ ਸਿੰਘ ਫਿਟਨੈਸ ਤੇ ਮਨਦੀਪ ਜਿੰਦਰ, ਮਤਲਬ ਕਿ ਜਿਨ੍ਹਾਂ ਲਿਖਿਆ ਵੀ ਜੈਸ ਲਿਖਿਆ। ਚਲੋ ਜੀ ਆਪਾਂ ਗੱਲ ਕਰਦੇ ਆਂਗੇ ਆਪਾਂ ਐਗਜ਼ਿਲਰੀ ਦੀ। ਐਗਜ਼ਿਲਰੀ ਦੋ ਤਰ੍ਹਾਂ ਦੀ ਹੁੰਦੀ ਹੈਗੀ। ਕਿਹੜੀ ਹੁੰਦੀ ਹੈ? ਇੱਕ ਤਾਂ ਹੁੰਦੀ ਹੈ ਇਹਦੇ ਵਿੱਚ ਹੈਲਪਿੰਗ ਵਰਬ, ਇੱਕ ਹੁੰਦੇ ਨੇ ਜੀ ਮਾਡਲ। ਧਿਆਨ ਨਾਲ ਸੁਣਿਓ, ਇੱਥੇ ਨਾ ਇੱਕ ਅਜਿਹੀ ਚੀਜ਼ ਨਿਕਲੂਗੀ ਜਿਹੜੀ ਤੁਹਾਨੂੰ ਨੋਟ ਵੀ ਕਰਵਾਊਂਗਾ। ਕਿਉਂ? ਕਿਉਂਕਿ ਇਹ ਚੀਜ਼ ਨਾ ਅਕਸਰ ਹੀ ਗਲਤ ਹੋ ਜਾਂਦੀ ਹੈਗੀ। ਹੈਲਪਿੰਗ ਵਰਬ ਨੂੰ ਪਹਿਲਾਂ ਤਾਂ ਇਹ ਸੁਣੋ,
ਹੈਲਪਿੰਗ ਵਰਬ ਨੂੰ ਸ਼ਾਰਟ ਦੇ ਵਿੱਚ ਮੈਂ ਐਚ ਵੀ ਲਿਖਿਆ ਕਰੂੰਗਾ, ਓਕੇ, ਤੇ ਮਾਡਲ ਨੂੰ ਸ਼ਾਰਟ ਵਿੱਚ ਐਮ ਲਿਖੂੰਗਾ। ਹਾਂਜੀ, ਹੈਲਪਿੰਗ ਵਰਬ ਦੇ ਮਾਡਲ ਕੀ ਹੁੰਦੀਆਂ ਨੇਗੀਆਂ? ਸਭ ਤੋਂ ਪਹਿਲਾਂ ਹੈਲਪਿੰਗ ਵਰਬ ਦੇ ਵਿੱਚ ਬੀ ਦੀ ਫਾਰਮ ਹੁੰਦੀ ਹੈਗੀ, ਹੈਵ ਦੀ ਫਾਰਮ ਹੁੰਦੀ ਹੈਗੀ, ਇੱਕ ਡੂ ਦੀ ਫਾਰਮ ਹੁੰਦੀ ਹੈ। ਸਮਝਾਉਣਾ ਕੀ ਹੁੰਦੀ ਹੈਗੀ, ਬੀ ਦਾ ਮਤਲਬ ਇਜ਼, ਐਮ, ਆਰ ਹੁੰਦੀ ਆ, ਤੇ ਵਾਜ਼ ਜਾਂ ਵਰ ਹੁੰਦਾ ਹੈਗਾ, ਤੇ ਹੈਵ ਦਾ ਮਤਲਬ ਹੈਜ਼, ਹੈਵ ਤੇ ਹੈਡ ਹੁੰਦਾ ਹੈਗਾ ਜੀ, ਤੇ ਡੂ ਦਾ ਮਤਲਬ ਡੂ, ਡਜ਼ ਤੇ ਡਿਡ ਹੁੰਦਾ ਹੈ। ਠੀਕ ਹੈ ਜੀ। ਹੁਣ ਰਹੀ ਗੱਲ ਮਾਡਲ ਦੀ, ਹੁਣ ਮਾਡਲ ਧਿਆਨ ਨਾਲ ਸੁਣੀਓ ਕੀ ਹੁੰਦੇ ਨੇ ਮਾਡਲ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ, ਮਾਡਲ ਦੇ ਵਿੱਚ ਆਉਂਦਾ ਹੈਗਾ ਵਿਲ, ਸ਼ੈਲ, would, should, can, could, may, might, must। ਦੇਖੋ ਹੁੰਦੇ ਹੋਰ ਵੀ ਨੇਗੇ, ਹਾਂਜੀ ਹੁੰਦੇ ਹੋਰ ਵੀ ਨੇਗੇ। ਵੈਰੀ ਗੁੱਡ, ਮੇਰੇ ਨਾਲ ਤੁਸੀਂ ਨਾਲ ਪਾਰਟੀਸਪੇਟ ਕਰ ਰਹੇ ਹੋ। ਅਜਿਹਾ ਤੁਸੀਂ ਕਰਦੇ ਹੋ, ਨਾਲ ਪਾਰਟੀਸਪੇਟ ਕਰਦੇ ਹੋ, ਮਨ ਬਹੁਤ ਖੁਸ਼ ਹੁੰਦਾ ਹੈਗਾ ਕਿ ਬੱਚੇ ਧਿਆਨ ਨਾਲ ਸੁਣ ਰਹੇ ਨੇ। ਵੈਰੀ ਗੁੱਡ ਰਾਜੇ, ਕੀਪ ਇਟ। ਹੁਣ ਜਿਹੜੀਆਂ ਮੈਂ ਤੁਹਾਨੂੰ ਇਹ ਮਾਡਲਸ ਲਿਖੇ ਨੇਗੇ, ਇਹ ਮੇਨ ਨੇਗੇ ਇਹ, ਠੀਕ ਹੈ, ਇਹ ਮੇਨ ਨੇਗੇ ਇਹ। ਤੇ ਜਿਹੜੇ ਹੋਰ ਵੀ ਹੁੰਦੇ ਨੇਗੇ ਮਾਡਲ ਵਰਬਸ ਤਾਂ, ਹਾਂਜੀ, ਜਿਵੇਂ ਕਿਰਨ ਨੇ ਲਿਖਿਆ ought to, ਉਹ ਮੈਂ ਹਜੇ ਲਿਖਦਾ ਨਹੀਂ ਕਿਉਂਕਿ ਜਦੋਂ ਆਪਾਂ ਮਾਡਲ ਨੂੰ ਡਿਸਕਸ ਕਰਾਂਗੇ ਨਾ ਆਪਾਂ ਉਦੋਂ ਕਰਾਂਗੇ। ਹਾਂਜੀ, ought to, need not, be supposed to, is, am, are, to, was, ਉਹ ਹੁੰਦੇ ਨੇ, ਉਹਨੂੰ ਸੈਮੀ ਬੋਲਦੇ ਆਪਾਂ, ਸੈਮੀ। ਪਰ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਮਾਡਲ ਦੀ। ਹੁਣ ਕੀ ਹੈ ਜੀ, ਹੁਣ ਮਾਡਲ ਦੀ ਖਾਸੀਅਤ ਸੁਣੋ ਧਿਆਨ ਨਾਲ, ਕੰਨ ਖੋਲ ਕੇ ਨੋਟ ਵੀ ਕਰਨਾ। ਕਿਹੜੀ ਗੱਲ, ਕਿ ਜਿਹੜੇ ਮਾਡਲ ਹੁੰਦੇ ਨੇ ਉਹਨਾਂ ਦੇ ਨਾਲ ਹਮੇਸ਼ਾ ਕੀ ਲੱਗਦਾ ਹੁੰਦਾ, ਸਿਰਫ ਤੇ ਸਿਰਫ ਵਰਬ ਦੀ ਫਸਟ ਫਾਰਮ ਲੱਗਦੀ ਹੁੰਦੀ ਹੈ, ਔਰ ਕੁਝ ਨਹੀਂ ਲੱਗਦਾ ਹੁੰਦਾ। ਜਿਵੇਂ I can play, ਬਿਲਕੁਲ ਸਹੀ ਹੈ। ਹੁਣ ਫਸਟ ਫਾਰਮ ਦਾ ਮਤਲਬ ਆਈ ਨਹੀਂ ਹੈਗਾ ਤੁਸੀਂ ਐਂ ਕਹਿ ਦੋਗੇ I can plays, ਗਲਤ ਹੋ ਗਿਆ ਇਹ, ਜਾਂ I can playing, ਗਲਤ ਹੋ ਗਿਆ। ਸਮਝ ਗਏ ਮੇਰੀ ਗੱਲ? I can play ਬਿਲਕੁਲ ਸਹੀ ਹੈ। ਮਾਡਲ ਦੇ ਨਾਲ ਸਭ ਬਹੁਤ ਵੱਡੀ ਗਲਤੀ ਹੁੰਦੀ ਹੈ ਐਰਰ ਦੇ ਵਿੱਚ। ਅਸੀਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ ਤਾਂ ਅਜਿਹੀ ਗਲਤੀ ਬਹੁਤ ਜ਼ਿਆਦਾ ਹੁੰਦੀ ਹੈ। ਕੀ ਹੈ, ਜਿਹੜੇ ਮਾਡਲਸ ਹੁੰਦੇ ਨੇ ਉਹਦੇ ਵਿੱਚ ਸਿਰਫ ਤੇ ਸਿਰਫ ਵਰਬ ਦੀ ਫਸਟ ਫਾਰਮ ਲੱਗਦੀ ਹੈ ਔਰ ਕੁਝ ਵੀ ਨਹੀਂ ਲੱਗਦਾ। ਸਮਝ ਗਏ ਗੱਲ? ਗੁੱਡ। ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਆਂਗੇ। ਇੱਕ ਗੱਲ ਹੋਰ ਮਾਡਲ ਦੀ, ਕੀ ਹੁੰਦਾ ਮਾਡਲ, ਅਜਿਹੀ ਚੀਜ਼ ਨੇ ਜਿਹੜੇ ਸਾਨੂੰ ਦੱਸਦੇ ਨੇਗੇ, ਕੀ ਦੱਸਦੇ ਸਾਨੂੰ ਮਾਡਲ, ਕਿ ਮਾਡਲ ਅਜਿਹੇ ਸੈਂਟੈਂਸ ਵਿੱਚ ਲੱਗਦਾ ਜਿੱਥੇ ਕੋਈ ਸੁਜੈਸ਼ਨ ਹੁੰਦੀ ਹੈਗੀ, ਕੋਈ ਆਰਡਰ ਹੁੰਦਾ ਹੈਗਾ, ਕੋਈ ਰਿਕੁਐਸਟ ਹੋ ਸਕਦੀ ਹੈਗੀ, ਜਾਂ ਫਿਰ ਇਹ ਕਹਿ ਲਓ ਤੁਸੀਂ ਕਿ ਉਹਦੇ ਵਿੱਚ ਕੋਈ ਕਮਾਂਡ ਆਰਡਰ ਹੀ ਹੋ ਗਿਆ, ਉਹਦੇ ਵਿੱਚ ਤੁਸੀਂ ਕਿਸੇ ਨੂੰ ਗ੍ਰੀਟ ਕਰ ਰਹੇ ਹੋਗੇ, ਮਤਲਬ ਕਿ ਕਿਸੇ ਨੂੰ ਵਿਸ਼ ਕਰ ਰਹੇ ਹੋਗੇ, ਉਹ ਵੀ ਇਹਦੇ ਵਿੱਚ ਹੁੰਦਾ ਹੈਗਾ। ਕਿਸੇ ਨੂੰ ਤੁਸੀਂ ਬਲੈਸ ਕਰ ਰਹੇ ਹੋਗੇ, ਜਾਂ ਫਿਰ ਤੁਸੀਂ ਕਿਸੇ ਨੂੰ ਕਰਸ ਕਰ ਰਹੇ ਹੋਗੇ। ਜਿਹੜੇ ਅਜਿਹੇ ਤਰ੍ਹਾਂ ਦੇ ਸੈਂਟੈਂਸ ਹੁੰਦੇ ਇਹਨਾਂ ਦੇ ਲਈ ਮਾਡਲ ਯੂਜ਼ ਹੁੰਦੇ। ਪਰ ਜਦੋਂ ਆਪਾਂ ਆਮ ਬੋਲਦੇ ਆਂਗੇ ਤਾਂ ਅਸੀਂ ਸਿੰਪਲ ਹੈਲਪਿੰਗ ਵਰਬ ਦੇ ਨਾਲ ਲਗਾਉਣੇ ਆਂਗੇ। ਹੁਣ ਐਗਜ਼ਿਲਰੀ ਸਮਝ ਗਏ, ਦੋ ਤਰ੍ਹਾਂ ਦੀ ਹੁੰਦੀ ਹੈ, ਹੈਲਪਿੰਗ ਵਰਬ ਤੇ ਮਾਡਲ ਦੇ ਵਿੱਚ। ਇਹ ਹੋ ਗਿਆ ਤੁਹਾਡਾ ਦੂਜਾ ਕੰਮ। ਪਹਿਲਾ ਸੀਗਾ ਵਰਬ ਨੂੰ ਪਹਿਚਾਨਣਾ, ਸਬਜੈਕਟ ਨੂੰ ਪਹਿਚਾਨਣਾ ਤੇ ਆਬਜੈਕਟ ਨੂੰ ਪਹਿਚਾਨਣਾ। ਓਕੇ, ਇਸ ਤੋਂ ਬਾਅਦ ਦੂਸਰਾ ਕੰਮ ਸੀਗਾ ਕਿ ਜਿਹੜੀ ਐਗਜ਼ਿਲਰੀ ਲੱਗਦੀਆਂ ਨੇਗੀਆਂ ਉਹ ਹੈਲਪਿੰਗ ਵਰਬ ਤੇ ਮਾਡਲ ਹੁੰਦੀਆਂ ਨੇਗੀਆਂ, ਇਹ ਕਿਸ ਤਰ੍ਹਾਂ ਦੀਆਂ ਨੇਗੀਆਂ। ਠੀਕ ਹੈ ਜੀ, ਮੈਂ ਹੁਣ ਸਾਫ਼ ਕਰਨ ਲੱਗਿਆ, ਮੈਨੂੰ ਉਮੀਦ ਹੈਗੀ ਕਿ ਤੁਹਾਨੂੰ ਪਤਾ ਲੱਗ ਗਿਆ। ਹਾਂਜੀ, ਠੀਕ ਹੈ ਜੀ। ਹਾਂਜੀ, ਇਸ ਤੋਂ ਬਾਅਦ ਆਪਾਂ ਜਿਹੜੀ ਗੱਲ ਕਰਦੇ ਆਂਗੇ ਉਹ ਹੈ ਜੀ ਪੁਆਇੰਟ ਨੰਬਰ 3। ਕੀ ਹੈ ਜੀ ਪੁਆਇੰਟ ਨੰਬਰ 3? ਕੀ ਹੈ, ਆਪਾਂ ਗੱਲ ਕਰਦੇ ਹਾਂ ਫਿਰ ਵਰਬਸ ਦੀ। ਪਰ ਵਰਬਸ ਦੀ ਵਿੱਚ ਕੀ ਗੱਲ ਕਰਾਂਗੇ, ਵਰਬ ਦੀਆਂ 3 ਫਾਰਮਸ ਹੁੰਦੀਆਂ ਨੇ, ਫਸਟ, ਸੈਕਿੰਡ ਤੇ ਥਰਡ। ਇੱਥੋਂ ਤੁਹਾਨੂੰ ਟੈਂਸ ਸਿੱਖ ਜਾਓਗੇ ਤੁਸੀਂ। ਟੈਂਸ ਤੁਸੀਂ ਇਹ ਮੰਨ ਕੇ ਚਲੋ ਵੀ ਟੈਂਸ ਦੀ ਲੋੜ ਹੀ ਨਹੀਂ ਹੈਗੀ, ਆਪਾਂ ਐਂ ਸਿੱਖ ਲਾਂਗੇ। ਆਪਾਂ ਕਿਵੇਂ ਸਿੱਖ ਲਾਂਗੇ? ਵਰਬ ਦੀ ਫਸਟ ਫਾਰਮ ਹੁੰਦੀ ਹੈ ਜੀ ਪ੍ਰੈਜ਼ੈਂਟ, ਵਰਬ ਦੀ ਸੈਕਿੰਡ ਫਾਰਮ ਹੁੰਦੀ ਹੈ ਪਾਸਟ, ਕਾਲੀ ਨਹੀਂ ਕਰਨੀ। ਥਰਡ ਫਾਰਮ ਕੀ ਹੁੰਦੀ ਹੈ ਜੀ? ਕੋਈ ਫਿਊਚਰ ਨਹੀਂ ਹੁੰਦੀ। ਕੀ ਹੁੰਦੀ ਹੈ ਜੀ? ਇਹ ਹੁੰਦੀ ਹੈ ਪਾਰਟੀਸਿਪਲ। ਤੇ ਪਾਰਟੀਸਿਪਲ ਕੀ ਹੁੰਦਾ ਹੈਗਾ? ਪਾਰਟੀਸਿਪਲ ਆਪਾਂ ਕਦੋਂ ਯੂਜ਼ ਕਰਦੇ ਹੁੰਦੇ? ਜਦੋਂ ਕੋਈ ਕੰਮ ਹੋ ਚੁੱਕਿਆ ਹੈਗਾ, ਮਤਲਬ ਕੰਮ ਕੰਪਲੀਟ ਹੋ ਚੁੱਕਿਆ, ਪਰਫੈਕਟ ਹੋ ਚੁੱਕਿਆ ਹੈਗਾ। ਠੀਕ ਹੈ ਜੀ।
मतलब ਅਸੀਂ ਇਹ ਕਹਿ ਲਓ ਕਿ ਅਸੀਂ ਇਹ ਉਦੋਂ ਯੂਜ਼ ਕਰਦੇ ਹਾਂ ਜਦੋਂ ਕੋਈ ਕੰਮ ਕੰਪਲੀਟ ਹੋ ਚੁੱਕਿਆ, ਪੂਰਾ ਹੋ ਚੁੱਕਿਆ। ਹੁਣ verb ਦੀ ਫਰਸਟ ਫਾਰਮ ਦੇਖੋ ਕੀ ਹੁੰਦੀ ਆ, be, was, been, ਆਹੀ ਹੁੰਦੀ ਹੈ ਨਾ ਜੀ। ਇੱਕ ਹੁੰਦੀ ਹੈਗੀ have, ਹਾਂਜੀ has, have, had ਹੁੰਦੀ ਹੈ ਕਿ have, had ਹੁੰਦੀ ਹੈਗੀ। ਅੱਧੇ ਤੋਂ ਵੱਧ ਸਟੂਡੈਂਟਸ ਸਿੱਖਿਆਰਥੀ ਜਿਹੜੇ ਹੁੰਦੇ ਨੇਗੇ ਉਹ ਗਲਤ ਕਰ ਬੈਠਦੇ ਨੇਗੇ, ਉਹ ਕਹਿੰਦੇ ਵੀ ਹੈਜ਼, ਹੈਵ, ਹੈਡ ਹੁੰਦਾ ਹੈਗਾ, ਉਹ ਵੀ ਹੁੰਦਾ, ਮੈਂ ਤੁਹਾਨੂੰ ਕਰਕੇ ਦਿਖਾਊਂਗਾ। ਪਹਿਲਾਂ ਆਹ ਗੱਲ ਸੁਣੀਏ, ਉਸ ਤੋਂ ਬਾਅਦ ਡੂ, ਡਜ਼, ਸੌਰੀ ਡੂ, ਡਿਡ ਤੇ ਡਨ। ਹੁਣ ਇਹ ਜੇ ਧਿਆਨ ਨਾਲ ਸੁਣ ਲਓਗੇ, ਜਿਹੜੀਆਂ ਨਾ ਜਿਹੜੇ ਆਪਣੇ 70% ਇੰਗਲਿਸ਼ ਹੈਗੀ ਉਹ ਇਹਨਾਂ ਚੀਜ਼ਾਂ ਦੇ ਉੱਪਰ ਟਿਕੀ ਹੈ। ਕਿਹਦੇ ਉੱਪਰ? ਵੀ ਆਪਣਾ verb ਦੀ ਫਰਸਟ ਫਾਰਮ ਤੇ ਸੈਕੰਡ ਫਾਰਮ ਦੇ ਵਿੱਚ। ਹੁਣ ਮੈਂ ਇੱਕ ਸੈਂਟੈਂਸ ਲਿਖ ਰਿਹਾ, ਮੈਂ ਕੀ ਸੈਂਟੈਂਸ ਲਿਖਿਆ, have had, ਬਿਲਕੁਲ ਸਹੀ ਹੈ ਜੀ, ਮੈਂ ਗਲਤ ਲਿਖ ਗਿਆ ਸੀ, ਸੌਰੀ। ਇੱਕ ਬੱਚੇ ਨੇ ਲਿਖਿਆ ਹੈਗਾ, ਰੂਜੀਨਤ ਨੇ have had ਮੇਰੇ ਤੋਂ ਗਲਤੀ ਨਾਲ ਲਿਖਿਆ ਗਿਆ ਸੀ, have had had ਹੁੰਦਾ ਜੀ, have had had ਹੁੰਦਾ ਹੈਗਾ। ਥੈਂਕ ਯੂ ਸੋ ਮਚ ਰੂਜੀਨਤ, ਗਲਤੀ ਨਾਲ ਲਿਖਿਆ ਗਿਆ ਮੇਰੇ ਤੋਂ। ਹਾਂਜੀ ਕੀ ਹੈ ਗੱਲ, ਧਿਆਨ ਨਾਲ ਸੁਣੋ। ਸੋ have had had, ਹੁਣ ਮੈਂ ਇੱਕ ਸੈਂਟੈਂਸ ਲਿਖ ਰਿਹਾ, ਮੈਂ ਸੈਂਟੈਂਸ ਕੀ ਹੈਗਾ, ਸੈਂਟੈਂਸ ਹੈ I was happy, ਮੈਂ ਖੁਸ਼ ਸੀ। ਅਗਰ ਮੈਂ ਤੁਹਾਨੂੰ ਕਹਾਂ ਵੀ ਇਹਨੂੰ ਪ੍ਰੈਜ਼ੈਂਟ ਬਣਾਓ, was ਪਾਸਟ ਵਿੱਚ ਆ, ਇਹਨੂੰ ਪ੍ਰੈਜ਼ੈਂਟ ਬਣਾਓ ਤਾਂ ਤੁਸੀਂ ਕੀ ਲਗਾਓਗੇ, ਕੀ ਲਗਾਓਗੇ ਤੁਸੀਂ? ਜੇ ਤੁਸੀਂ ਕਹੋਗੇ ਬੀ ਲਗਾਵਾਂਗੇ ਇਹ ਗਲਤ ਹੋ ਜਾਊਗਾ, ਤਾਂ ਤੁਸੀਂ ਇੱਥੇ ਕੀ ਲਗਾਓਗੇ, ਹੋਰ ਤੁਸੀਂ ਕੀ ਲਗਾਓਗੇ, I am happy। ਹੁਣ ਤੁਸੀਂ ਕਹੋਗੇ ਵੀ ਇਹ ਤਾਂ ਚਲੋ ਸੈਕੰਡ ਫਾਰਮ ਸੀ was, ਫਸਟ ਫਾਰਮ ਤਾਂ ਬੀ ਆ। ਹੁਣ ਇੱਥੋਂ ਕੀ ਪ੍ਰੂਵ ਹੁੰਦਾ ਹੈਗਾ ਕਿ ਅਸਲ ਦੇ ਵਿੱਚ ਫਸਟ ਫਾਰਮ ਦਾ ਮਤਲਬ is, am ਤੇ are ਹੁੰਦਾ ਹੈਗਾ। ਓਕੇ, ਦੂਸਰੀ ਗੱਲ had, ਹੁਣ ਤੁਸੀਂ ਕਹੋਗੇ has ਕਿੱਥੇ ਗਿਆ, have ਤਾਂ ਚਲੋ ਪਿਆ ਹੈਗਾ, had ਕਿੱਥੇ ਗਿਆ, ਮੈਂ ਤੁਹਾਨੂੰ ਦੱਸ ਦਾਂਗਾ। ਅਸਲ ਦੇ ਵਿੱਚ ਕੀ ਹੁੰਦਾ ਹੈਗਾ, have plus s is equal to has, ਆਹ ਰੂਲ ਹੁੰਦਾ ਹੈਗਾ, have plus s is equal to has। ਉਸ ਤੋਂ ਬਾਅਦ ਹੈ ਜੀ do plus s is equal to does। ਸੋ ਹੁਣ ਤੁਸੀਂ ਧਿਆਨ ਨਾਲ ਦੇਖੋ, ਨੋਟ ਕਰੋ ਟੈਂਸ ਵਾਸਤੇ, ਧਿਆਨ ਨਾਲ ਦੇਖੋ ਕੀ ਹੈ, ਮੇਰੀ ਆਵਾਜ਼ ਸੁਣ ਲਓ। ਜੇ ਤੁਹਾਨੂੰ ਇਹ ਕੋਈ ਚੀਜ਼ ਹੋ ਸਕਦਾ ਤੁਹਾਨੂੰ ਨਾ ਦਿਖ ਰਹੀ ਹੋਵੇ, ਛੋਟੀ ਹੋ ਗਈ ਹੋਵੇ, ਕੋਈ ਗੱਲ ਨਹੀਂ, ਧਿਆਨ ਨਾਲ ਸੁਣੋ ਕੀ ਹੈ। ਹੁਣ ਤੁਸੀਂ ਕੀ ਨੋਟ ਕਰਨਾ, verb ਦੀ ਫਰਸਟ ਫਾਰਮ ਜਦੋਂ ਪ੍ਰੈਜ਼ੈਂਟ ਟੈਂਸ ਹੋਵੇ ਤਾਂ ਕੀ ਲੱਗਦਾ ਹੁੰਦਾ, ਪ੍ਰੈਜ਼ੈਂਟ ਟੈਂਸ ਦੇ ਵਿੱਚ ਸਿਰਫ ਤੇ ਸਿਰਫ is, am, are, has, have, do, does ਤੇ verb ਦੀ ਫਰਸਟ ਫਾਰਮ ਤੇ ਫਰਸਟ ਫਾਰਮ ਦੇ ਨਾਲ s ਜਾਂ es। ਮੈਂ ਰਿਪੀਟ ਕਰਦਾ, ਫਿਰ ਕਦੇ ਗਲਤੀ ਨਹੀਂ ਕਰੋਗੇ। verb ਦੀ ਫਰਸਟ ਫਾਰਮ ਜਿਹੜੀ ਹੁੰਦੀ ਹੈ ਹਮੇਸ਼ਾ ਪ੍ਰੈਜ਼ੈਂਟ ਚ ਲੱਗਦੀ। ਜਦੋਂ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਕੁਝ ਲਿਖਣਾ ਹੈਗਾ ਤਾਂ ਤੁਸੀਂ verb ਦੀ ਫਰਸਟ ਫਾਰਮ ਨਾਲ s ਔਰ es, is, am, are, has, have, do ਤੇ does ਤੋਂ ਬਾਹਰ ਜਾਣਾ ਨਹੀਂ ਹੈ। ਓਕੇ, ਦੂਸਰੀ ਗੱਲ, ਜੇ ਉਹੀ ਚੀਜ਼ ਪਾਸ ਲਿਖਣਾ ਹੈਗਾ ਤਾਂ was ਤੇ ਨਾਲ ਇੱਕ ਚੀਜ਼ ਹੋਰ ਹੈਗੀ ਜੀ ਆਪਣੀ were, had ਤੇ did ਤੇ ਨਾਲ ਸਭ ਤੋਂ ਵੱਡੀ ਚੀਜ਼ verb ਦੀ ਸੈਕੰਡ ਫਾਰਮ ਆਪਾਂ ਪਾਸ ਵਿੱਚ ਲਗਾਵਾਂਗੇ। ਰਹੀ ਗੱਲ ਜਿਹੜਾ ਥਰਡ ਫਾਰਮ ਆ, ਦੇਖੋ ਰਾਜੀ ਥਰਡ ਫਾਰਮ ਜਿਹੜੀ ਹੈ ਇਹਦਾ ਟੈਂਸ ਨਹੀਂ ਹੈਗਾ ਕੋਈ, ਇਹ ਤਾਂ ਚਾਹੇ ਟੈਂਸ ਪ੍ਰੈਜ਼ੈਂਟ ਹੋਵੇ, ਚਾਹੇ ਪਾਸਟ ਹੋਵੇ ਤੇ ਚਾਹੇ ਹੋਵੇ ਫਿਊਚਰ ਆਪਾਂ ਯੂਜ਼ ਕਰ ਸਕਦੇ ਹਾਂ ਆਪਾਂ, ਠੀਕ ਹੈ, ਇਹਨੂੰ ਆਪਾਂ ਕਿਸੇ ਨਾਲ ਵੀ ਯੂਜ਼ ਕਰ ਸਕਦੇ ਹਾਂ। ਸੋ verb ਦੀ ਹੁਣ ਇਸ ਤੋਂ ਬਾਅਦ ਇੱਕ ਚੀਜ਼ ਹੋਰ ਹੋਏਗੀ ਆਪਣੀ ਲਾਸਟ, ਤੇ ਉਸ ਤੋਂ ਬਾਅਦ ਅੱਜ ਦੀ ਜਿਹੜੀ ਕਲਾਸ ਆਪਾਂ ਵਾਈਂਡ ਅਪ ਕਰ ਦਾਂਗੇ। ਤੇ ਮੈਂ ਤੁਹਾਡੇ ਲਈ ਜਿਹੜੀ ਵਰਕਸ਼ੀਟ ਹੈਗੀ ਤੁਹਾਨੂੰ ਮੈਂ ਗਰੁੱਪ ਦੇ ਵਿੱਚ ਸੈਂਡ ਕਰੂੰਗਾ, ਮੈਂ ਤੁਸੀਂ ਉਹਨੂੰ ਸੋਲਵ ਕਰਨਾ ਤੇ ਜਿਹੜੇ ਆਨਸਰ ਨੇਗੇ ਆਪਾਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਆਪਾਂ ਅੱਜ ਜਿਹੜੀ ਸੀ ਇੱਕ ਕਾਮਨ ਕਲਾਸ ਸੀਗੀ, ਕੱਲ ਨੂੰ ਇੱਕ ਪ੍ਰੋਪਰ ਟਾਈਮ ਲਗਾ ਦੂੰਗਾ ਮੈਂ ਵੀ ਇਹ ਫਸਟ ਈਅਰ ਦੇ ਲਈ, ਸੈਕੰਡ ਇਹ ਮੰਨ ਕੇ ਚਲੋ ਪਹਿਲੇ ਜਿਹੜੇ 2-3 ਦਿਨ ਨੇਗੇ ਉਹ ਕਾਮਨ ਕਲਾਸਿਸ ਹੋਣਗੀਆਂ, ਆਪਣੀਆਂ ਸਾਰੀਆਂ ਕਲਾਸਿਸ ਦੇ ਲਈ ਹੋਣਗੀਆਂ। ਉਸ ਤੋਂ ਬਾਅਦ ਆਪਾਂ ਮੰਡੇ ਤੋਂ ਕਲਾਸ ਸਟਾਰਟ ਕਰਾਂਗੇ। ਫਸਟ ਈਅਰ ਦਾ ਸਿਲੇਬਸ ਇਹੀ ਹੈ, ਸੈਕੰਡ ਦਾ ਇਹੀ ਹੈਗਾ ਤੇ ਫਾਈਨਲ ਦਾ ਸਿਲੇਬਸ ਇਹੀ ਹੈਗਾ। ਓਕੇ, ਹਾਂਜੀ, ਲਾਸਟ ਚੀਜ਼ ਕੀ ਹੈਗੀ, ਲਾਸਟ ਚੀਜ਼ ਇਹ ਹੈਗੀ
कि ਹੁਣ ਅਸੀਂ ਦੇਖ ਲਿਆ ਕਿ verb ਦੀ form ਵੀ ਪਹਿਚਾਨ ਲਈ ਅਸੀਂ ਵੀ verb ਦੀ form ਕੀ ਹੁੰਦੀ ਹੈਗੀ। ਅਸੀਂ ਇਹ ਵੀ ਵੇਖ ਲਿਆ ਕਿ ਵੀ subject object ਤੇ verb ਕੀ ਹੁੰਦਾ ਹੈਗਾ, ਅਸੀਂ ਇਹ ਵੀ ਵੇਖ ਲਿਆ। ਹੁਣ ਵਾਰੀ ਹੈ ਦੋ ਤਰ੍ਹਾਂ ਦੀ structure ਦੀ। ਕੀ ਹੈ ਜੀ? ਇੱਕ ਤਾਂ ਇੰਗਲਿਸ਼ ਦੇ ਵਿੱਚ ਦੇਖੋ ਆਹ structure ਹੁੰਦੀ ਹੈਗੀ subject verb object। ਇੱਕ ਹੁੰਦਾ ਜੀ subject auxiliary verb ਤੇ object। ਹਾਂਜੀ ਇੱਕ ਮੈਸੇਜ ਜਿਵੇਂ ਦਿਖ ਰਿਹਾ ਹੈਗਾ ਵੀ ਬੇਸਿਕ ਤੋਂ ਐਡਵਾਂਸ। ਹਾਂਜੀ ਆਪਾਂ ਬੇਸਿਕ ਤੋਂ ਐਡਵਾਂਸ ਸਟਾਰਟ ਕੀਤਾ ਹੋਇਆ ਬਿਲਕੁਲ ਜੀ, ਕਿਉਂਕਿ ਇਹ ਬਿਲਕੁਲ ਬੇਸ ਹੈ ਜੀ। ਜੇ ਤੁਹਾਨੂੰ ਇਹ ਚੀਜ਼ ਨਹੀਂ ਪਤਾ ਕਿ ਤੁਸੀਂ ਜਾਂ ਮੈਂ ਜਾਂ ਕੋਈ ਵੀ ਇੰਗਲਿਸ਼ ਦੀ ਟਰਾਂਸਲੇਸ਼ਨ ਜਿਹੜੀ ਹੈਗੀ ਇੰਗਲਿਸ਼ ਦੀ ਟਰਾਂਸਲੇਸ਼ਨ ਹੈ ਪ੍ਰੋਪਰ ਵੇ ਦੇ ਨਾਲ ਨਹੀਂ ਕਰ ਪਾਊਗਾ। ਦੇਖੋ ਇੰਗਲਿਸ਼ ਤੋਂ ਪੰਜਾਬੀ ਬਣਾਉਣੀ ਈਜ਼ੀ ਹੈ, ਪਰ ਪੰਜਾਬੀ ਤੋਂ ਇੰਗਲਿਸ਼ ਜਦੋਂ ਬਣਾਉਣਾ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਸੈਂਟੈਂਸ ਦੇ ਅੱਗੇ ਲੱਗੂਗਾ ਕੀ। ਠੀਕ ਹੈ ਜੀ। ਹਾਂਜੀ ਗੱਲ ਆਪਾਂ ਕਰ ਰਹੇ ਸੀ ਦੋ ਤਰ੍ਹਾਂ ਦੀਆਂ ਫਾਰਮਸ ਨੇ ਸਬਜੈਕਟ। ਇੱਕ ਤਾਂ ਹੋ ਗਿਆ ਦੇਖੋ ਆਹ ਜਿਵੇਂ ਆਈ ਲਾਈਕ ਟੀ, ਉਸ ਤੋਂ ਬਾਅਦ ਐਗਜ਼ਿਲਰੀ ਜਿਵੇਂ ਹੀ ਇਜ਼ ਪਲੇਇੰਗ ਹਾਕੀ। ਇਹ ਇੱਕ ਕੁਐਸਚਨ ਆਇਆ ਹੈਗਾ ਕਿ ਬੀਏ ਦੇ ਬੱਚਿਆਂ ਲਈ। ਦੇਖੋ ਰਾਜੇ ਤਾਂ ਜਰਨਲ ਹੈ, ਇਹ ਤਾਂ ਚਾਹੇ ਤੁਸੀਂ ਚਾਹੇ ਕਿਸੇ ਵੀ ਕਲਾਸ ਦਾ ਬੱਚਾ, ਛੋਟੀ ਕਲਾਸ ਦਾ ਬੱਚਾ, ਚਾਹੇ ਵੱਡੀ ਤੋਂ ਵੱਡੀ ਕਲਾਸ ਦਾ ਬੱਚਾ, ਤਾਂ ਹਰ ਇੱਕ ਦੇ ਲਈ ਹੈ। ਕੋਈ ਇੰਗਲਿਸ਼ ਦੀ ਇਹ ਜੜ ਹੈਗੀ, ਇਹ ਜਿਹੜੀ ਅੱਜ ਆਪਾਂ ਗੱਲ ਕੀਤੀ ਹੈ ਇੰਗਲਿਸ਼ ਦੀ ਜੜ ਹੈ, ਇਹ ਬੇਸ ਹੈ, ਰੂਟ ਹੈ। ਜੇ ਸਾਨੂੰ ਇਹ ਚੀਜ਼ ਨਹੀਂ ਪਤਾ ਅਸੀਂ ਇੰਗਲਿਸ਼ ਦੇ ਅੰਤ ਤੱਕ ਪਹੁੰਚ ਨਹੀਂ ਸਿੱਖਾਂਗੇ ਆਪਾਂ। ਠੀਕ ਹੈ ਜੀ। ਹਾਂਜੀ ਉਸ ਤੋਂ ਬਾਅਦ ਕੀ ਹੈ, ਇੱਕ ਤਾਂ ਆਹ ਚੀਜ਼ ਹੋ ਗਈ ਜੀ। ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈਗਾ, ਬਸ ਕਲਾਸ ਹੁਣ ਆਪਾਂ ਵਾਈਂਡ ਅਪ ਕਰਨ ਵਾਲੇ ਹਾਂਗੇ 2-4 ਮਿੰਟ ਦੇ ਵਿੱਚ, ਕਿਉਂਕਿ ਅੱਜ ਦੇ ਲਈ ਇਹ ਕਾਫੀ ਹੈਗਾ, ਬੇਸ ਹੋ ਜਾਊਗਾ। ਥੋੜੀ ਜਿਹੀ ਵਰਕਸ਼ੀਟ ਹੈਗੀ, ਤੁਹਾਡਾ ਜੋ ਕੰਮ ਹੈ ਮੈਂ ਤੁਹਾਨੂੰ ਉਹ ਭੇਜ ਦੂੰਗਾ। ਹੁਣ ਆਪਾਂ ਗੱਲ ਕरें ਇਹ, ਹੁਣ ਜਾਂਦੇ ਹਾਂ ਇੱਕ ਗੱਲ ਹੋਰ ਟ੍ਰਿਕ ਸੁਣੋ, ਇਹ ਟਿਪ ਹੈਗੀ ਇਹ ਜਾਂ ਟ੍ਰਿਕ ਸੁਣੋ। ਉਹ ਕੀ ਹੈਗੀ ਟਿਪ ਜਾਂ ਟ੍ਰਿਕ? ਉਹ ਇਹ ਹੈਗੀ ਹੈ ਕਿ ਜਿਹੜੀ ਫਾਰਮ ਹੁੰਦੀ ਹੈਗੀ ਸੈਂਟੈਂਸ ਦੇ ਵਿੱਚ ਜਾਂ ਫਸਟ ਫਾਰਮ ਦੇ ਨਾਲ ਐਸ ਔਰ ਐਸ ਹੁੰਦੀ ਹੈਗੀ, ਜਾਂ ਵਰਬ ਦੀ ਸੈਕੰਡ ਫਾਰਮ ਹੁੰਦੀ ਹੈ, ਜਦੋਂ ਇਹ ਸੈਂਟੈਂਸ ਵਿੱਚ ਹੁੰਦੀ ਹੈਗੀ ਤਾਂ ਇਹ ਮੰਨ ਕੇ ਚੱਲੋ ਸੈਂਟੈਂਸ ਦੀ ਸਟਰਕਚਰ ਕੀ ਹੁੰਦੀ ਹੈਗੀ, ਆਹ ਸਬਜੈਕਟ ਵਰਬ ਆਬਜੈਕਟ। ਮਤਲਬ ਕੀ ਹੈਗਾ ਵੀ ਇਹਨਾਂ ਦੇ ਨਾਲ ਵਰਬ ਦੀ ਫਸਟ ਫਾਰਮ ਤੇ ਸੈਕੰਡ ਫਾਰਮ ਦੇ ਅੱਗੇ, ਇਹਨਾਂ ਦੇ ਅੱਗੇ ਕੋਈ ਹੈਲਪ, ਕੋਈ ਐਗਜ਼ਿਲਰੀ ਨਹੀਂ ਲੱਗਦੀ। ਓਕੇ, ਪਰ ਜਿਹੜੀ ਵਰਬ ਦੀ ਥਰਡ ਫਾਰਮ ਹੈ ਇਹਦੇ ਅੱਗੇ ਐਗਜ਼ਿਲਰੀ ਲੱਗਣੀ ਜ਼ਰੂਰੀ ਹੈ। ਸਮਝ ਗਏ ਮੇਰੀ ਗੱਲ? ਇਹ ਅੱਜ ਦੀ ਕਲਾਸ ਦੇ ਲਈ ਤੁਹਾਨੂੰ ਇੱਕ ਸਪੈਸ਼ਲ ਟਿਪ ਹੈ। ਨੈਕਸਟ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕੀ ਹੈ, ਦੁਬਾਰਾ ਸੁਣ ਲਓ। ਵਰਬ ਦੀ ਜਿਹੜੀ ਫਸਟ ਫਾਰਮ ਤੇ ਸੈਕੰਡ ਫਾਰਮ ਹੈ, ਜਦੋਂ ਇਹ ਸੈਂਟੈਂਸ ਵਿੱਚ ਲੱਗਦੀ ਹੈ ਤਾਂ ਇਹਨਾਂ ਦੇ ਅੱਗੇ ਕੁਝ ਵੀ ਨਹੀਂ ਲੱਗਦਾ। ਜਿਵੇਂ ਆਹ ਦੇਖੋ ਆਹ ਫਸਟ ਫਾਰਮ ਹੈਗੀ ਇਹਦੇ ਤੇ ਸਬਜੈਕਟ ਦੇ ਵਿਚਕਾਰ ਕੁਝ ਵੀ ਨਹੀਂ ਹੈਗਾ। ਪਰ ਜਦੋਂ ਵਰਬ ਦੀ ਥਰਡ ਫਾਰਮ ਹੋਵੇ, ਫਸਟ ਫਾਰਮ ਦੇ ਨਾਲ ਆਈਐਨਜੀ ਹੋਵੇ, ਥਰਡ ਫਾਰਮ ਹੋਵੇ ਜਾਂ ਫਸਟ ਫਾਰਮ ਆਈਐਨਜੀ ਹੋਵੇ, ਤਾਂ ਉਹਦੇ ਅੱਗੇ ਐਗਜ਼ਿਲਰੀ ਲੱਗਣੀ ਲਾਜ਼ਮੀ ਹੈਗੀ। ਜਿਵੇਂ ਦੇਖੋ ਆਹ ਵਰਬ ਦੀ ਫਸਟ ਫਾਰਮ ਆਈਐਨਜੀ ਲੱਗੀ ਪਈ ਹੈਗੀ ਤੇ ਵਰਬ ਦੀ ਫਸਟ ਫਾਰਮ ਨਾਲ ਜਿਹੜੀ ਆਈਐਨਜੀ ਲੱਗੀ ਹੋਈ ਹੈਗੀ, ਹਾਂਜੀ ਜਿਹੜੀ ਵਰਬ ਦੀ ਫਸਟ ਫਾਰਮ ਨਾਲ ਆਈਐਨਜੀ ਲੱਗੀ ਹੋਈ ਹੈਗੀ ਜਾਂ ਥਰਡ ਫਾਰਮ, ਇਹਦੇ ਵਿੱਚ ਉਹਦੇ ਅੱਗੇ ਇਜ਼ ਲੱਗਿਆ ਹੋਇਆ ਹੈਗਾ। ਹਾਂਜੀ ਗੱਲ ਆ ਗਈ ਸਮਝ ਦੇ ਵਿੱਚ? ਤਾਂ ਇਹ ਕਲਾਸ ਸਾਡੀ ਇੱਥੇ ਖਤਮ ਹੁੰਦੀ ਹੈਗੀ। ਤੁਹਾਡੇ ਜਿਹੜੇ ਫੀਡਬੈਕ ਆ ਮੇਰੇ ਲਈ ਬਹੁਤ ਮਾਇਨੇ ਰੱਖਦੇ ਨੇਗੇ। ਅੱਜ ਪਹਿਲਾ ਦਿਨ ਸੀਗਾ, ਆਪਾਂ ਨੇ 40 ਮਿੰਟ ਦੀ ਕਲਾਸ ਲਾਈ ਹੈ ਜਿਹੜੀ ਕਿ ਮਾਇਨੇ ਰੱਖਦੀ ਹੈਗੀ, ਕਿਉਂਕਿ ਹੌਲੀ ਹੌਲੀ ਹੈ ਆਪਣੀ ਜਿਹੜੀ ਆਦਤ ਬਣੂਗੀ, ਹੌਲੀ ਹੌਲੀ ਆਪਣਾ ਜਿਹੜਾ ਹੈ ਨਾ ਸਟੈਮਿਨਾ ਵਧੂਗਾ, ਪੇਸ਼ੈਂਸ ਵਧੂਗਾ। ਬਹੁਤ ਸਾਰਿਆਂ ਨੂੰ ਘਰ ਦੇ ਕੰਮ ਹੁੰਦੇ ਨੇਗੇ, ਮੈਂ ਸਮਝ ਸਕਦਾ ਗਾ, ਪਰ ਕੱਲ ਤੁਹਾਡਾ ਵਾਅਦਾ ਕੀਤਾ 10 ਵਜੇ ਤੋਂ ਲੈ ਕੇ 1 ਵਜੇ ਤੱਕ ਦੀ ਕਲਾਸ ਹੋਊਗੀ ਆਪਣੀ। ਤੇ ਅੱਜ ਜਿਹੜੀ ਕਲਾਸ ਹੈਗੀ ਆਪਣੀ 10 ਤੋਂ 1 ਦੇ ਵਿੱਚ ਹੀ ਲਾਈ ਹੈਗੀ। ਚਲੋ ਥੋੜਾ ਲੇਟ ਹੋ ਗਏ, ਮੈਨੂੰ ਆਪਣੇ ਵੱਲੋਂ ਲੱਗਦਾ ਲੇਟ ਹੋ ਗਏ। ਕੱਲ ਨੂੰ ਆਪਾਂ ਕਲਾਸ ਪ੍ਰੋਪਰ ਟਾਈਮ ਦੇ ਉੱਪਰ ਸ਼ੁਰੂ ਕਰਾਂਗੇ। ਤੁਹਾਨੂੰ ਮੈਂ ਟਾਈਮ ਅੱਜ ਮੈਂਸ਼ਨ ਕਰ ਦੂੰਗਾ ਤੇ ਮੈਂ ਤੁਹਾਨੂੰ ਦੱਸ ਦਵਾਂ ਜਿਹੜੀਆਂ ਪਹਿਲੀਆਂ ਕਲਾਸਿਸ ਨੇਗੀਆਂ ਇਹ ਹਰ ਇੱਕ ਸਟੂਡੈਂਟ ਦੇ ਲਈ ਹੈਗੀਆਂ ਨੇਗੀਆਂ, ਵੈਦਰ ਯੂ ਆਰ ਦਾ ਸਟੂਡੈਂਟ ਆਫ ਐਨੀ ਆਇਲਸ ਕੰਪੀਟੀਟਿਵ ਐਗਜ਼ਾਮ, ਕਿਸੇ ਦਾ ਵੀ ਹੋਵੇ।
ਕਿਸੇ ਵੀ ਕਲਾਸ ਦਾ ਹੋਵੇ, ਠੀਕ ਹੈ ਰਾਜੇ। ਤਾਂ ਜੇ ਤੁਹਾਡਾ ਕੋਈ ਸਵਾਲ ਹੈ, ਆਪਣੇ ਕੋਲੇ 3 ਮਿੰਟ ਬਾਕੀ ਨੇਗੇ, 11:47 ਹੋ ਗਏ, 11:50 ਦੇ ਉੱਪਰ ਵਾਈਂਡ ਅਪ ਕਰ ਦਾਂਗੇ। ਜੇ ਤੁਹਾਡਾ ਕੋਈ ਸਵਾਲ ਹੈ, ਤੁਹਾਡੀ ਕੋਈ ਸੁਜੈਸ਼ਨ ਹੈ ਜਾਂ ਫੀਡਬੈਕ ਹੈ, ਤੁਸੀਂ ਦੇਣਾ ਚਾਹੁੰਦੇ ਹੋ ਤਾਂ ਮੈਨੂੰ ਹੁਣ ਦੇ ਸਕਦੇ ਹੋ। ਮੇਰੇ ਵੱਲੋਂ ਕਲਾਸ ਇੱਥੇ ਓਵਰ ਆ ਗਈ। 3 ਮਿੰਟ ਆਪਾਂ ਲਾਸਟ ਵਿੱਚ ਤੁਹਾਡੇ ਸਵਾਲ ਜਵਾਬ ਵਾਸਤੇ ਰੱਖਿਆ ਕਰਾਂਗੇ। ਤਾਂ ਮੈਨੂੰ ਹੁਣ ਦੱਸੋ ਜੇ ਤੁਹਾਡਾ ਕੋਈ ਸਵਾਲ ਜਵਾਬ ਹੈ ਜੀ। ਹਾਂਜੀ, ਥੈਂਕ ਯੂ ਕਹਿਣ ਦੀ ਕੋਈ ਲੋੜ ਹਜੇ ਹੈ ਨੀ ਗੀ। ਹਜੇ ਥੈਂਕ ਯੂ ਕਹਿਣ ਦੀ ਕੋਈ ਲੋੜ ਨਹੀਂ ਹੈਗੀ ਗੀ, ਕਿਉਂਕਿ ਥੈਂਕ ਯੂ ਆਪਾਂ ਉਦੋਂ ਕਹਾਂਗੇ ਜਦੋਂ ਮੈਂ ਸੈਟਿਸਫਾਈ ਹੋ ਗਿਆ ਕਿ ਹਾਂ ਵੀ ਮੈਂ ਆਪਦੇ ਵੱਲੋਂ ਵਧੀਆ ਕਰਾਤਾ। ਠੀਕ ਹੈ ਰਾਜੇ, ਕੋਈ ਗੱਲ ਨਹੀਂ, ਹਜੇ ਨਾ ਰਾਜੇ ਕਹੋ ਤੁਸੀਂ। ਪਹਿਲਾਂ ਮੈਨੂੰ ਸਿਰਫ ਇਹ ਚੀਜ਼ ਚਾਹੀਦੀ ਤੁਹਾਡੇ ਤੋਂ, ਹੁਣ ਫੀਡਬੈਕ ਚਾਹੀਦੀ ਤੁਹਾਡੇ ਤੋਂ ਜਾਂ ਕੋਈ ਸੁਜੈਸ਼ਨ ਚਾਹੀਦੀ ਹੈਗੀ, ਕਿਉਂਕਿ ਤੁਸੀਂ ਮੈਨੂੰ ਹੁਣ ਸੁਣ ਵੀ ਲਿਆ, ਮੇਰੀ ਜਿਹੜੀ ਵੀਡੀਓ ਹੈ ਉਹ ਦੇਖ ਵੀ ਲਈ ਤੇ ਉਹਦੇ ਬਾਰੇ ਤੁਸੀਂ ਮੈਨੂੰ ਜੇ ਦੱਸਣਾ ਚਾਹੁੰਦੇ ਹੋਗੇ ਮੈਨੂੰ ਦੱਸੋ। ਮੈਂ ਵੇਟ ਕਰ ਰਿਹਾ ਜੀ। 2 ਮਿੰਟ ਨੇ ਆਪਣੇ ਕੋਲੇ ਸਿਰਫ ਹੋਰ। ਠੀਕ ਹੈ ਗੁਰਸੇਵ ਸਿੰਘ, ਥੈਂਕ ਯੂ ਰਾਜੇ, ਕਲਾਸ ਵਧੀਆ ਲੱਗੀ। ਹਾਂਜੀ, ਸੁਜੈਸ਼ਨ ਮੈਂ ਵੀ ਤੁਹਾਨੂੰ ਦਿੰਦਾ, ਇਹ ਨਾ ਤੁਸੀਂ, ਕਿਉਂਕਿ ਨਾ ਇਹ ਪਬਲਿਕ ਹੈ, ਤੁਸੀਂ ਕਿਸੇ ਨਾਲ ਵੀ ਡਿਸਕਸ ਕਰ ਸਕਦੇ, ਕਿਸੇ ਨੂੰ ਵੀ ਇਹ ਭੇਜ ਸਕਦੇ ਹੋਗੇ ਇਹ। ਠੀਕ ਹੈ ਜੀ। ਕੱਲ ਆਪਣੇ ਸਬਸਕ੍ਰਾਈਬਰ 956 ਅੱਜ ਸਵੇਰੇ ਦੇਖੇ 56 ਹੋ ਗਏ ਸੀ, ਤੇ ਮੈਨੂੰ ਲੱਗਦਾ ਹੈਗਾ ਕਿ ਅੱਜ 1000 ਆਪਣੇ ਕ੍ਰਾਸ ਕਰ ਜਾਣਗੇ। ਜਿੰਨੀ ਕੁ ਐਫਰਟ ਜੇ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੇ ਵਾਸਤੇ ਐਫਰਟ ਕਰ ਰਿਹਾ ਹੈਗਾ, ਤਾਂ ਤੁਸੀਂ ਵੀ ਐਫਰਟ ਕਰ ਲਿਓ, ਹਨਾ। 5-5 10 ਦਾ ਤੁਸੀਂ ਸਬਸਕ੍ਰਾਈਬਰ ਮੈਨੂੰ ਦਿਓ, ਤੁਸੀਂ ਮੈਨੂੰ। ਹਾਂਜੀ ਸਰ, ਆਇਲਸ ਦਾ ਵੀ ਦੱਸ ਦਿਆ ਕਰੋ। ਬਿਲਕੁਲ, ਦੇਖੋ ਜੀ, ਗੁਰਸੇਵਕ ਨੇ ਵੀ ਆਇਲਸ ਦਾ ਦੱਸ ਦਿਓ। ਬਿਲਕੁਲ ਗੁਰਸੇਵਕ, ਮੇਰਾ ਜਿਹੜਾ ਮੇਨ ਪਰਪਸ ਹੈ ਨਾ, ਉਹ ਬੇਸਿਕ ਤੋਂ ਸ਼ੁਰੂ ਕਰਕੇ ਐਡਵਾਂਸ ਤੇ ਜਾਣਾ ਹੈਗਾ। ਠੀਕ ਹੈ ਜੀ, ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਜਾਣਾਗਾ ਮੈਂ, ਪਰ ਇਹ ਨਹੀਂ ਹੈਗਾ ਮੈਂ ਪਹਿਲੇ ਦਿਨ ਹੀ ਮੈਂ ਐਡਵਾਂਸ ਚੱਕ ਲੂੰ, ਨਹੀਂ। ਜਦੋਂ ਮੈਨੂੰ ਤੁਹਾਡੀ ਫੀਡਬੈਕ ਚੰਗੀ ਮਿਲਣ ਲੱਗ ਗਈ, ਜਦੋਂ ਆਪਣੇ 60 ਤੋਂ ਲੈ ਕੇ 100 ਤੱਕ ਸਟੂਡੈਂਟਸ ਵਧੀਆ ਹੋਣ ਲੱਗ ਗਏ, ਤਾਂ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਕਿ ਮੈਂ ਉਸ ਕਲਾਸ ਦੇ ਵਿੱਚ ਹੀ, ਜੇ ਆਪਣੀ ਜੇ ਅੱਧੇ ਘੰਟੇ ਦੀ ਕਲਾਸ ਆ, ਮੈਂ ਘੰਟੇ ਦੀ ਕਲਾਸ ਲਾ ਦਿਆ ਕਰੂੰ, ਵਿੱਚ ਆਇਲਸ ਦਾ ਵੀ ਵਿੱਚ ਮਟੀਰੀਅਲ ਤੁਹਾਨੂੰ ਦੇ ਦਿਆ ਕਰੂੰਗਾ ਮੈਂ ਨਾਲ। ਠੀਕ ਹੈ, ਬਸ ਇੰਨਾ ਕੰਮ ਹੀ ਹੈਗਾ। ਪਰ ਅਜੇ ਆਪਣੇ ਬੱਚੇ ਥੋੜੇ ਨੇ, ਕਿ ਮੈਂ ਨਹੀਂ ਚਾਹੁੰਦਾ ਵੀ ਹਜੇ ਮੈਂ ਇੱਕੋ ਦਮ ਐਡਵਾਂਸ ਦੇ ਉੱਪਰ ਆਇਆ, ਕਿਉਂਕਿ ਬੱਚੇ ਹੌਲੀ ਹੌਲੀ ਕੰਟੈਕਟ ਦੇ ਵਿੱਚ ਆਉਣਗੇ। ਇਹ ਵੀਡੀਓ ਸੇਵ ਜ਼ਰੂਰ, ਹਾਂਜੀ ਹਾਂਜੀ ਗੁਰਪ੍ਰੀਤ, ਇਹ ਵੀਡੀਓ ਨਾ ਦੇਖੋ ਰਾਜੇ, ਮੈਂ ਸੇਵ ਜ਼ਰੂਰ ਕਰਕੇ ਰੱਖੂੰਗਾ, ਮੈਂ ਟੈਨਸ਼ਨ ਨਾ ਲਓ, ਇਹਦੀ ਵੀਡੀਓ ਸੇਵ ਹੋ ਜਾਏਗੀ ਜੀ ਇਹ। ਥੈਂਕ ਯੂ ਰਾਜੇ, ਵੀਡੀਓ ਵਧੀਆ ਲੱਗੀ, ਲਾਈਵ ਕਲਾਸ ਮੇਰਾ ਵੀ ਐਕਸਪੀਰੀਅੰਸ ਵਧੀਆ ਰਿਹਾ, ਮੈਨੂੰ ਐਂ ਲੱਗਾ ਜਿਵੇਂ ਮੈਂ ਕਲਾਸ ਦੇ ਵਿੱਚ ਤੁਹਾਨੂੰ ਟੀਚ ਕਰ ਰਿਹਾ ਹੈਗਾ। ਹਾਂ ਠੀਕ ਹੈ ਰਾਜੇ, ਥੈਂਕ ਯੂ ਸੋ ਮਚ। ਆਰਤੀ ਕੱਕੜ, ਜਸਵਿੰਦਰ, ਰੀਨੂ, ਕੱਲ ਪੱਕਾ ਸਰ ਕ੍ਰਾਸ ਕਰ ਜਾਣਗੇ ਸਟੂਡੈਂਟਸ। ਕੱਲ ਮੈਨੂੰ ਤਾਂ ਐਂ ਲੱਗਦਾ ਅੱਜ ਕਰ ਜਾਣਗੇ ਜੀ। ਦੇਖਦਾ ਮੈਂ ਸ਼ਾਮ ਨੂੰ ਜੇ ਸੈੱਟ ਲੱਗਿਆ ਤਾਂ ਸ਼ਾਮ ਨੂੰ, ਨਹੀਂ ਅੱਜ ਸ਼ਾਮ ਨੂੰ ਨਹੀਂ, ਅੱਜ ਲਈ ਇੰਨਾ ਕਾਫੀ। ਅੱਜ ਸ਼ਾਮ ਨੂੰ ਮੈਂ ਤੁਹਾਨੂੰ ਜਿਹੜੇ ਲੈਸਨਸ ਨੂੰ ਸੈਂਡ ਕਰਦਾ ਹੁੰਦਾ ਗਾ YouTube ਦੇ ਉੱਪਰ, ਉਹ ਸੈਂਡ ਕਰੂੰਗਾ ਤੁਹਾਨੂੰ ਮੈਂ ਬਸ। ਤੇ ਹਾਂਜੀ ਬਿਲਕੁਲ, ਆਇਲਸ ਦਾ ਵੀ ਬਿਲਕੁਲ ਸ਼ੋਰਲੀ ਦੱਸਿਆ ਕਰੂੰ। ਹਾਂਜੀ ਅਸ਼ੋਕ ਕੁਮਾਰ, ਥੈਂਕ ਯੂ ਜੀ। ਹਾਂਜੀ ਹਾਂਜੀ ਠੀਕ ਹੈ ਜੀ, ਅੱਛਾ ਲਾਈਵ ਦੇ ਵਿੱਚ ਵੱਧ ਜਾਣਗੇ, ਠੀਕ ਹੈ ਜੀ, ਕਿਉਂਕਿ ਪਹਿਲਾ ਦਿਨ ਸੀਗਾ। ਤੇ ਕੱਲ ਨੂੰ ਕਲਾਸ ਆਪਣੀ ਮੋਸਟ ਪ੍ਰੋਬਬਲੀ 10 ਜਾਂ 10:30 ਵਜੇ ਦੇ ਕਰੀਬ ਹੋਏਗੀ। ਤੇ ਅੱਜ ਸ਼ਾਮ ਨੂੰ ਤੁਹਾਨੂੰ ਮੈਂ ਇੱਕ ਲੈਸਨ ਭੇਜੂੰਗਾ ਤੁਹਾਡਾ, ਤੇ ਵਰਕਸ਼ੀਟ ਵੀ ਤੁਹਾਨੂੰ ਅੱਜ ਹੀ ਮਿਲ ਜੂਗੀ। ਠੀਕ ਹੈ ਰਾਜੇ, ਥੈਂਕ ਯੂ ਸੋ ਮਚ ਆਪਣਾ ਟਾਈਮ ਦੇਣ ਲਈ, ਥੈਂਕ ਯੂ ਸੋ ਮਚ ਆਪਣੀ ਸਪੋਰਟ ਕਰਨ ਦੇ ਲਈ। ਮਿਲਦੇ ਹਾਂ ਜਲਦੀ ਆਪਾਂ ਨੈਕਸਟ ਲਾਈਵ ਕਲਾਸ ਦੇ ਵਿੱਚ। ਤੇ ਹਾਂ,